अशीकाल जी नवांशहर देख रहे हो नवांशहर नगर कौंसल अज मीटिंग हो रही है या तो सारिया लाइटा जिथे JSB वार्ड की लगी है या पूरिया एलईडी लवा दे या कमेटी लवा दे तो घट सानू ये नहीं दिक्कत आऊगी सानू ये पहला फोन से पूछना पैना कि ये लाइट कही लगी हुआ वो कहते सानू की पता जी देखो उपर तो देखूंगे कुछ लाइटा कमेटी ने प्रोवाइड करवाई वो लगियां कुछ कंपनी ने लाती है इस करके वो सानू दुविधा के विचों देखो वो तुहानू कढना पऊगा असीं ये नहीं कहते हैं कि तुसीं एक वार्ड दे विच पूरी करा दो एलईडी लहा के सानू कोई इतराज नहीं करो चाहे मेरे वार्ड तो ला के लवा दो नहीं तुसीं गल नहीं दी समझे मैं तुसीं सलूशन किद्दां कढोगे भाटिया साहब मेरी गल मैं मैनूं एक गल दसो जे आपां इधर वो सार के एक पासे लावांगे फिर मेरी गल सुनो होर हालत कोई होर मैं तुहानूं गल लाना जी मेरी दोस्त असीं तां पिछले समय तो ये तरसी करने देखो हुण एक गली दे विच 4 एलईडीआं लगियां है 2 कमेटी दियां लग गईयां या 3 लग गईयां हुण गल की आ जदों लाइटां ठीक करन जांदे आ सानू तां अगले ने तुहानू जे MC नूं कहना कि जी लाइटां खराब आ लेकिन ओहदा देखो मेरी गल के बैठ के कोई होर देखो जी नाल मैं तां इहो साहब ने गल कही है नहीं ओ कंपनी दा हुण शुरू कर रही जी काम कि नहीं मैं दस एक होर 2 पॉइंट ने ਇਹਦਾ जवाब दी एक होर ਆਪਾਂ लगातार देखो पहले प्रधान साहब भी आए दूए भी आए ਜਿਹੜੇ शहर के अंदर नजायज़ कब्जे आ तुसीं हालात देखो जाके घट्टो घट्ट 20 फुट दुकानां कढ़ियां आ नगर कौंसल नाम की कोई चीज़ ही है नहीं बाज़ारां के अंदर किते भी चल जाओ जाके हालात देखो मतलब लोगों ने बाज़ार नूं तां ऐ समझ लिया भी निजी जगीर आ मैनूं नहीं पता कमेटी क्यों नहीं कार्रवाई करती की उन्हां दी दिक्कत है ठीक है जी लगातार उस चीज़ लिए तुसीं बाज़ारां दे विच जदों लंघण वाले भी लोग साडे आ दुकानदार भी साडे आ ਆਪਾਂ ਪ੍ਰਧਾਨ ਜੀ ਬੈਠੇ ਆ ਅੱਗੇ ਮੀਟਿੰਗਾਂ ਹੋਈਆਂ ਵੀ ਤੇ ਉਦੋਂ ਦੁਕਾਨਦਾਰਾਂ ਨੇ ਇਹ ਕਿਹਾ ਜੀ ਮੇਰਾ ਗਵਾਂਢੀ ਕਰ ਲੂਗਾ ਤਾਂ ਮੈਂ ਵੀ ਕਰ ਲੂੰਗਾ ਇਹ ਆ ਪਾਟਕ ਸਾਹਿਬ ਵੀ ਬੈਠੇ ਇਹ ਵੀ ਘੁੰਮਦੇ ਰਹੇ ਇਹਦਾ ਹੱਲ ਆਪਾਂ ਇੱਕ ਮਿੰਟ ਪਹਿਲਾਂ ਆਹੀ ਵਾਲਾ ਪੁਆਇੰਟ ਡਿਸਕਸ ਕਰਦੇ ਹਾਂ ਕਿਉਂਕਿ ਮੈਡਮ ਵੀ ਗੱਲ ਕਰ ਰਹੇ ਸੀ ਆਪਾਂ ਉਹ ਜਿੱਦਾਂ ਕਹਿੰਦੇ ਸੀ ਕਿ ਪੀਲੀ ਪੱਟੀ ਲਾ ਦਈਏ ਕਿ ਉਸ ਪੱਟੀ ਤੋਂ ਬਾਹਰ ਨਾ ਕੋਈ ਜਾਵੇ ਅਸੀਂ ਤਾਂ ਸਹਿਮਤ ਸੀਗੇ ਆਪਾਂ ਗੱਲ ਵੀ ਕੀਤੀ ਸੀ पीली पट्टी लाने का मता बोलन ने सारे बाजार च कि उस पट्टी तो मोरे ना कोई आवे चाहिदा नहीं पीली पट्टी तो है जी आवे ਤੁਹਾਡੀ ਉਹ ਬਾਉਂਡਰੀ ਆ ਜਿਹੜੀ ਦੁਕਾਨਦਾਰ ਦੀ ਉਹ ਤੋਂ ਨਾਲ ਸੜਕ ਆ ਪੀਲੀ ਪੱਟੀ ਆ ਉਹ ਦੁਕਾਨਦਾਰ ਨਹੀਂ ਚਲੋ ਥੋੜਾ ਜਿਹਾ ਸਮਾਨ ਦੁਕਾਨ ਦੇ ਅੰਦਰ ਰੱਖੇ ਅੱਗੇ ਹੁੰਦੀਆਂ ਸੀ ਨਾਲੀਆਂ ਕਵਰ ਕਰ ਲੈਂਦਾ ਨਾਲੀ ਦੇ 2 ਜਾਂ 3 ਫੁੱਟ ਡੇਢ ਫੁੱਟ ਰੱਖ ਲੈਂਦਾ ਉਸ ਤੋਂ ਬਾਅਦ ਨਹੀਂ ਇੱਕ ਵਾਰ ਯਾਦ ਹੈ ਜਦੋਂ ਪੀਲੀ ਪੱਟੀ ਲਾ ਕੇ ਅਗਲੇ ਨੂੰ ਆਪਾਂ ਇਹ ਕਹਾਂਗੇ ਠੀਕ ਹੈ ਮੀਟਿੰਗਾਂ ਕਰ ਸਕਦਾ ਪਾਰਟੀਆਂ ਸਾਹਿਬ ਬੈਠੇ ਆ DSP ਸਾਹਿਬ ਨਾਲ ਸਾਰੇ ਮੀਟਿੰਗਾਂ ਕਰਦੇ ਰਹੇ ਲੇਕਿਨ ਉਹਦਾ ਹੱਲ ਹਜੇ ਤੱਕ ਜਿਹੜਾ ਆ ਉਹ ਨਿੱਜੀ ਰੂਪ ਦੇ ਵਿੱਚ ਪਰ ਇੱਕ ਪ੍ਰੋਪਰ ਢੰਗ ਨਾਲ ਕੀਤਾ ਜਾਵੇ ਸਖਤੀ ਨਾਲ ਕੀਤਾ ਤੁਸੀਂ ਇਸ ਪਾਸੇ ਆ ਦਿਓ ਪਹਿਲਾਂ ਇਹ ਦੇਖੋ ਕਿ ਤਲਾਕ ਦਾ ਵਿਚਾਰ ਕਰਦੇ ਆ ਪੀਲੀ ਪੱਟੀ ਤਾਂ ਲਾ ਸਕਦੇ ਆ ਪਰ ਆਪਾਂ ਮੇਰੇ ਕਹਿਣ ਦਾ ਭਾਵ ਇਹ ਆ ਵੀ ਪੀਲੀ ਪੱਟੀ ਲਾ ਕੇ ਆਪਾਂ ਕੀ ਕਹਿਣਾ ਚਾਹੁੰਦੇ ਵੀ ਇੱਥੇ ਤੱਕ ਇਨਕਰੋਚਮੈਂਟ ਕੀਤੀ ਜਾ ਸਕਦੀ ਹੈ ਇਹ ਤਾਂ ਕਮੇਟੀ ਸਖਤੀ ਕਰੇ 2-4 ਵਾਰ ਸਖਤੀ ਕਰੇ ਆਪਾਂ ਪਰ ਫਿਰ ਉਸ ਸਖਤੀ ਦੀ ਸਿਫਾਰਿਸ਼ ਉਸ ਤੋਂ ਬਾਅਦ ਆਪਾਂ ਸਿਫਾਰਿਸ਼ਾਂ ਨਾ ਮੰਨੀਏ ਉਸ ਤੋਂ ਬਾਅਦ ਜਿਹੜੇ ਦੁਕਾਨਦਾਰ ਆ ਉਹ ਬੈਠ ਕੇ ਪ੍ਰਧਾਨ ਜੀ ਨਾਲ ਮੀਟਿੰਗ ਕਰਨ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰੋ ਹੱਥ ਜੋੜ ਕੇ ਵੀ ਭਾਈ ਸਮਾਨ ਆਪਣਾ ਅੱਜ ਕੱਲ ਤਾਂ ਇਹਦਾ ਮੋਬਾਈਲ ਦਾ ਜ਼ਮਾਨਾ ਐਡਵਰਟਾਈਜ਼ਮੈਂਟ ਸਾਰੀ ਮੋਬਾਈਲ ਤੇ ਆ ਸਮਾਨ ਬਾਹਰ ਰੱਖਣ ਵਾਲੀਆਂ ਗੱਲਾਂ ਤਾਂ ਹੋ ਜਾਂਦੀਆਂ ਜਿਹਨਾਂ ਦੀਆਂ ਦੁਕਾਨਾਂ ਸ਼ੀਸ਼ੇ 'ਚ ਬੰਦ ਆ ਉਹਨਾਂ ਦੇ ਅੰਦਰ ਵੀ ਗਾਹਕ ਆਉਂਦੇ ਆ ਥੋੜੀ ਗੱਲ ਦਾ ਹੱਲ ਇਹ ਹੈ ਵੀ ਆਪਾਂ ਦੁਕਾਨਦਾਰ ਕੋਠੀ ਨੂੰ ਤੇ ਗੀਲਾ ਭਾਵੇਂ ਬੁਲਾ ਲਈ ਤੇ ਬਿਲਕੁਲ ਸੱਦ ਕੇ ਮੀਟਿੰਗ ਕਰਕੇ ਬਾਜ਼ਾਰਾਂ ਤੋਂ ਵੱਧ ਨਹੀਂ ਵਧਣਾ ਚਾਹੀਦਾ ਫਿਰ ਨਹੀਂ ਤਾਂ ਉਸ ਤੋਂ ਬਾਅਦ ਅਸੀਂ ਕਾਰਵਾਈ ਕਰਾਂਗੇ ਕੋਈ ਬਾਹਰ ਨਾ ਕਰੇ ਵਾਰਨਿੰਗ ਦੇਈ ਜਾਓ ਨਾ ਵਾਰਨਿੰਗ ਇੱਕ ਵਾਰ ਮੀਟਿੰਗ ਲੈ ਕੇ ਉਸ ਤੋਂ ਬਾਅਦ ਇਸ ਗੱਲ ਨੂੰ ਨਹੀਂ ਮੰਨ ਰਿਹਾ ਤਾਂ ਉਹਨੂੰ ਫਾਈਨ ਵਗੈਰਾ ਤੁਸੀਂ ਕਰ ਸਕਦੇ ਆ चार फुट बनाए उन्होंने 4 फुट तोड़ के 4 फुट प्रधान जी मैं बेनती की फरवरी की वोटर गल की हुई है 2 बंदे तो ड्यूटी निभा रहे हैं वो सिविल बोर्ड ने आप 2 महीने देखे वो एजेंडा क्यों नहीं जाता क्या मैं तुम बेनती की थी उन्होंने गल कही थी कि जरा जावांगे इन्होंने तो टेक्निक किहड़े पॉइंट है जो नहीं जा सकते।
ਦੱਸੋ ਜਵਾਬ ਮਾਲਕੀ ਬੋਲ ਕੇ ਹਾਂਜੀ ਉਹ ਟਿਊਬਾਂ 'ਚ ਕੀ ਤੁਸੀਂ ਕਹਿੰਦੇ ਕੋਈ ਦਿੱਕਤ ਆ ਗਈ ਹੈ ਕੋਈ ਪ੍ਰੋਬਲਮ ਆ ਟਿਊਬਲ ਤੇ ਸਰ ਪ੍ਰੋਬਲਮ ਸੀ, ਟ੍ਰਿਪ ਕਰਦਾ ਸੀਗਾ। ਇਹ ਟ੍ਰਿਪ ਨਹੀਂ ਕਰਦਾ ਵੀ ਆਪਾਂ ਨਹੀਂ ਹੁਣ ਕਰਦਾ ਹੁਣ ਠੀਕ ਚੱਲਦੀ ਆ ਆਪਾਂ ਏਜੰਡਾ ਕਿਉਂ ਨਹੀਂ ਪਾਇਆ ਜਾਂ ਤੂੰ ਮੈਨੂੰ ਵਾਅਦਾ ਕੀਤਾ ਸੀ ਸਾਨੂੰ ਏਜੰਡਾ ਕਿਉਂ ਨਹੀਂ ਪਾਇਆ ਉਹ ਸਾਨੂੰ ਹੈਂਡਓਵਰ ਦਾ ਲੈਟਰ ਭੇਜਿਆ ਨਹੀਂ ਜਿਹੜਾ ਸੀਗਾ। ਨੈਟ ਭੇਜਿਆ ਸਾਰੇ ਡਾਕੂਮੈਂਟ ਲੱਗੇ ਹੋਏ ਨਾਲ ਮੇਰੇ ਕੋਲ ਨਹੀਂ ਆਇਆ। ਇਹ ਸਾਨੂੰ ਪਤਾ ਇਹ ਸਾਨੂੰ ਮੇਰੀ ਗੱਲ ਹੋਈ ਆ ਇਹਨਾਂ ਨਾਲ ਮੇਰੀ ਗੱਲ ਜਦੋਂ ਹੋਈ ਸੀ ਲੈਟਰ ਦਾ ਤਾਂ ਮੈਨੂੰ ਪਤਾ ਪਰ ਇਹ ਕਹਿੰਦੇ ਵੀ ਤੁਸੀਂ ਇਹਨੂੰ ਝੰਡੇ ਦਿਖਾ ਲਓ ਮੈਂ ਇਹਨਾਂ ਨਾਲ ਗੱਲ ਕੀਤੀ ਸੀ ਤੇ ਕਹਿੰਦੇ ਵੀ ਉੱਥੇ ਕੋਈ ਪ੍ਰੋਬਲਮ ਆ ਟੈਕਨੀਕਲੀ ਵੀ ਉਹ ਸਹੀ ਨਹੀਂ ਚੱਲ ਰਿਹਾ ਠੀਕ ਕਰਾ ਉਹ ਸਹੀ ਕਰਾ ਕੇ ਤੇ ਉਹ ਠੀਕ ਕਰਾ ਕੇ ਠੀਕ ਕਰਾ ਕੇ ਬਾਹਰ ਮੈਂ ਤੁਹਾਨੂੰ ਮੇਰੇ ਬਾਰੇ ਕਹੀ ਗੱਲ ਕਹੀ ਆ ਮੁੜ ਕੇ ਵੀ ਮੈਂ ਹੀ ਕਹਿੰਦਾ ਇਹਨਾਂ ਦੀ ਜੁਆਇੰਟ ਦੀ ਇਨਸਪੈਕਸ਼ਨ ਕਰਾ ਰਹੀ ਹੈ ਐਸਡੀਓ ਵਾਰਪਾਈ ਜਿਹੜੀ ਬਹੁਤ ਸਾਡੇ ਜਿਹੜੀ ਜ਼ਬਾਨ ਦੀ ਇਹਨਾਂ ਨੂੰ ਸਾਰਾ ਚੈੱਕ ਕਰਾ ਲੈਣ ਸਹੀ ਜਲਦੀ ਹੋ ਗਈ ਲੈਣ ਓਵਰ ਕਰਨ ਦੀ ਫਰਕੋਟ ਕਰਨ ਇਨਸਪੈਕਸ਼ਨ ਲਈ ਸਮਾਂ ਲੱਗੀ ਇਹ ਸਾਹਿਬ ਬੇਨਤੀ ਹੈ ਫਿਰ ਆਪਾਂ ਇਹ ਕੰਮ ਜਿਹੜਾ ਅਗਲੀ ਮੀਟਿੰਗ ਤੋਂ ਪਹਿਲਾਂ ਕਰਕੇ ਫਿਰ ਜੋ ਵੀ ਇਹ ਕਾਰਵਾਈ ਕਰਨੀ ਆਪਾਂ ਕਰਾਂਗੇ ਟਾਈਮ ਲੈ ਲਓ ਦੂਸਰਾ ਮੇਰਾ ਪੁਆਇੰਟ ਆ 8 ਮਹੀਨੇ ਹੋ ਗਏ ਆ ਮੈਂ ਵਾਰ-ਵਾਰ ਹਰ ਮੀਟਿੰਗ ਆਪਾਂ ਮੀਟਿੰਗ ਕਰ ਰਹੇ ਮੇਰਾ ਤਰਫ ਜਾਂਦੇ ਆ ਐਲਜੀ ਬਾਬਾ ਜੀ ਫਲਾਨੀ ਆ ਜੀ 8 ਮਹੀਨੇ ਹੋ ਗਏ ਮੂਸਾ ਰੋਡ ਦੇ ਲਾਈਟਾਂ ਬੰਦ ਕੀਤੀਆਂ ਪਿਛਲੀ ਮੀਟਿੰਗ ਜਿਹੜਾ ਸੀ ਆਉਣ ਮੀਟਿੰਗ ਤੋਂ ਪਹਿਲੇ ਚੱਲ ਜਾਂਦੀ ਆ ਹੁਣ ਇਹ ਜੈਸੇ ਚੱਲਦੀਆਂ ਕਰਦੇ ਨਹੀਂ ਪਰ ਅੱਜ ਤੁਸੀਂ ਮੂਸੇ ਨੇ ਨਹੀਂ ਬਾਹਰ ਕਹਿ ਲਿਆ ਤੁਸੀਂ ਕੀ ਕਹਿ ਲਿਆ ਇਹ ਲੈਟਰ ਕਿਉਂ ਚੱਲਦੀ ਮੀਟਿੰਗ ਤੇ ਲੱਗੀ ਉਹ ਵੀ ਬੰਦ ਪਈ ਆਪਾਂ ਉਹੀ ਗੱਲ ਕਰ ਰਹੇ ਹਾਂ ਜੀ ਮੈਂ ਵੀ ਉਹੀ ਕਹਿ ਰਹੀ ਹਾਂ ਉਹ ਲਾਈਟ ਉਹ ਬੰਦ ਕਰ ਦਿੱਤੀ ਗਈ ਹੈ ਕੀ ਠੇਕਾ ਕੰਮ ਮੈਂ ਨੰਬਰ ਤੋਂ ਮੈਂ ਮਾਰਦਾ ਇਹ ਕਹਿੰਦਾ ਤੂੰ ਥੱਲੇ ਦੂੰਗਾ ਆਪਾਂ ਲੋਕਾਂ ਲੋਕ ਆਖਦਾ ਅਸੀਂ ਕਰ ਲਿਆ ਜਿਹੜਾ ਲੜਾ ਦਿੱਤੀ ਹੈ ਕੌਣ ਕਿਹਦੇ ਥੱਲੇ ਲੱਗਿਆ ਹੋਇਆ ਜੀ ਸਾਹਿਬ ਜੀ ਕਲੀਅਰ ਕਰੋ ਕੌਣ ਥੱਲੇ ਲੱਗਾ ਇਹ ਲੈਟਰ ਕਰਦੇ ਲੈਟਰ ਜਣੇ ਜਾਈ 8 ਮਹੀਨੇ ਕਿਉਂ ਨਹੀਂ ਦਾਬਾ ਮੈਨੂੰ ਤੇ ਨੰਬਰ ਯੋਰ ਨੰਬਰ ਮੈਂ ਹੁੰਦਾ ਦੱਸਦਾ ਸ਼ੇਰਾ ਠੇਕੇਦਾਰ ਨੂੰ ਕੰਮ ਕਰਦਾ ਸਾਂਝਾ ਕਹਿੰਦਾ ਸਾਰਿਆਂ ਦਾ ਸਾਰਿਆਂ ਠੇਕੇਦਾਰ ਦੀ ਗੱਲ ਹੈ ਠੇਕੇਦਾਰ ਦੀ ਗੱਲ ਹੈ ਸਾਂਝਾ ਕੰਮ ਆ ਸਾਂਝਾ ਕੰਮ ਆ ਬਿਜਲੀ ਵਿਭਾਗ ਦਿਓ ਜੇਕਰ ਨੂੰ ਇਹ ਦਿਓ ਜੀ ਮਾਓ ਮਤਾ ਭਾਜੀ ਬਾਅਦ ਚ ਲਾਈਟ ਸਾਰੀ ਜਵਾਬ ਗੱਲ ਵੀ ਇਹਦੀ ਹੋ ਅਸੀਂ ਲਾਈਟਾਂ ਚੇਅਰਮੈਨ ਦਾ ਚੇਅਰਮੈਨ ਬਣਾਇਆ ਜਾਵੇ ਜੇਤਰਾ ਸਟੇਟ ਲਾਈਟ ਦਾ ਪ੍ਰਧਾਨ ਜੀ ਦੇਖੋ ਇਹਦੇ ਨਾਲ ਹੀ ਐਲਈਡੀ ਕਰ ਦਿਓ ਇੱਕ ਐਲਈਡੀ ਵਾਲਾ ਦੇਖੋ ਉਹਦਾ ਕੋਈ ਹੱਲ ਐਲਈਡੀ ਵਾਲਾ ਜਿਹੜਾ ਹੈ ਨਾ ਜੀ ਉਹਨਾਂ ਦੀ ਕੱਲ ਇਨਸਪੈਕਸ਼ਨ ਮੇਰੇ ਖਿਆਲ ਖਤਮ ਹੋ ਗਈ ਜੀ ਕੱਲ ਦਾ ਸ਼ੁਰੂ ਹੋ ਗਈ ਰਿਪੇਅਰ। ਉਹਨਾਂ ਨੇ ਰਿਪੇਅਰ ਕੱਲ ਤੋਂ ਸਟਾਰਟ ਕਰਤੀ ਆ ਕਰਨੀ ਜਿਹੜੀਆਂ ਵੀ ਜੀ ਸਾਹਿਬ ਗੱਲ ਸੁਣੋ ਮੇਰੀ ਗੱਲ ਸੁਣੋ ਐਵੇਂ ਕਿਉਂ ਝੂਠ ਬੋਲੀ ਜਾਂਦੇ ਕੱਲ ਦੀ ਰਿਪੇਅਰ ਉਹ ਗੱਲ ਸੁਣੋ ਐਵੇਂ ਅੱਜ ਮੀਟਿੰਗ ਤੋਂ ਪਹਿਲਾਂ ਤਾਂ ਨਹੀਂ ਝੂਠ ਬੋਲ ਕੇ ਨਾ ਸਾਰ ਅੱਜ ਮੀਟਿੰਗ ਆ ਤਾਂ ਤੂੰ ਕਹਿਤਾ ਵੀ ਸ਼ੁਰੂ ਹੋ ਗਈ ਐਲਈਡੀ ਦਾ ਬੇਵਕੂਫ ਆ ਸੀ ਸਾਰੇ ਜਾਣੇ ਮੈਂਬਰ ਬੇਵਕੂਫਾ ਤੈਨੂੰ ਕਿੰਨੀ ਵਾਰੀ ਫੋਨ ਕਰੀਦੇ ਆ ਰਾਹੋਂ ਰੋਡ ਤੁਹਾਨੂੰ ਡੰਡਾ ਚਾੜ ਜਗਵਾਇਆ ਉਹ ਵੀ ਅੱਧਾ ਬੰਦ ਪਿਆ ਉਹ ਐਲਈਡੀ ਨਹੀਂ ਦੂਜੀ ਐਲਈਡੀ ਨਹੀਂ ਕੋਈ ਵੀ ਜਿਹੜਾ ਪ੍ਰਾਈਵੇਟ ਇੱਕ ਮਿੰਟ ਪ੍ਰਾਈਵੇਟ ਠੇਕੇਦਾਰ ਆ ਉਹਨੇ ਪੇਮੈਂਟ ਲੈ ਗਿਆ ਜੀ ਤੁਹਾਡਾ ਕੋਈ ਕਸੂਰ ਨਹੀਂ ਉਹ ਕਿਉਂ ਨਾ ਜਗਾਵੇ ਜਦ ਲਾ ਗਿਆ ਪੈਸੇ ਲੈ ਗਿਆ ਲਾਈਟਾਂ ਕਿਉਂ ਨਾ ਜਗਾਵੇ ਦੱਸੋ ਐਲਈਡੀ ਵਾਲੇ ਇਹ ਬਹਾਨਾ ਮਾਰੀ ਜਾਂਦੇ ਆ ਜੀ ਇਹ ਸਾਨੂੰ ਹੈਂਡਓਵਰ ਨਹੀਂ ਕਰਦੇ ਅਸੀਂ ਠੀਕ ਨਹੀਂ ਕਰਨੀਆਂ ਸਾਰਾ ਸ਼ਹਿਰ ਬੰਦ ਪਿਆ ਕੱਲ ਹੋ ਗਿਆ, ਕੱਲ ਦੀ ਸ਼ੁਰੂ ਹੋ ਗਈ ਆ। ਤੇ ਅੱਜ ਮੀਟਿੰਗ ਨਹੀਂ ਸ਼ੁਰੂ ਹੋ ਗਿਆ ਜੀ ਕੀ ਸ਼ੁਰੂ ਹੋ ਗਿਆ ਜੀ ਮੇਨਟੇਨੈਂਸ ਆਪਾਂ ਉਹਨਾਂ ਨੂੰ ਹੈਂਡਓਵਰ ਕਰਤੀ ਤੁਸੀਂ ਆਪਣਾ ਮੇਰੀ ਗੱਲ ਸੁਣੋ ਜੀ ਹਾਂਜੀ ਤੁਸੀਂ ਐਲਈਡੀ ਜਿੰਨੀਆਂ ਲਾਈਆਂ ਤੁਸੀਂ ਕਿਹਾ ਕੱਲ ਨੂੰ ਸ਼ੁਰੂ ਹੋ ਗਿਆ ਕੰਮ ਕਿਆ ਆਪਾਂ ਹੈਂਡਓਵਰ ਕਰ ਦਿੱਤਾ ਉਹਨਾਂ ਨੂੰ ਮੇਨਟੇਨੈਂਸ ਅੱਜ ਤੋਂ ਬਾਅਦ ਐਲਈਡੀ ਕੰਪਨੀ ਦੇਖੂਗੀ ਨਹੀਂ ਮੇਨਟੇਨੈਂਸ ਅੱਜ ਤੋਂ ਬਾਅਦ ਐਲਈਡੀ ਕੰਪਨੀ ਦੇਖੂਗੀ ਤੁਸੀਂ ਕਹਿ ਰਹੇ ਕੰਪਲੀਸ਼ਨ ਲੈਟਰ ਤੁਸੀਂ ਕੰਪਲੀਸ਼ਨ ਲੈਟਰ ਦਿੱਤਾ ਉਹਨਾਂ ਨੂੰ ਕਿ ਸਾਡੇ ਕੋਲ ਐਲਈਡੀ ਲੱਗ ਜੂਗੀ ਉਹ ਕਿੱਦਾਂ ਕਰੋਗੇ ਫਿਰ ਕਿਉਂ ਗੁੰਮਰਾਹ ਕਰਨੇ ਆ ਮੈਂ ਕਹਿੰਦਾ ਗੁੰਮਰਾਹ ਕਰਨ ਵਾਲੀ ਗੱਲ ਨਾ ਕਰੀਏ ਹਾਊਸ ਨੂੰ ਸਹੀ ਗੱਲ ਕਰੀਏ ਕਿ ਹਜੇ ਤੇ ਤੁਸੀਂ ਕੰਪਲੀਸ਼ਨ ਸਰਟੀਫਿਕੇਟ ਨਹੀਂ ਦਿੱਤਾ ਇਸ ਕਰਕੇ ਐਲਈਡੀ ਕੰਪਨੀ ਜਿਹੜੀ ਆ ਉਹ ਮੇਨਟੇਨੈਂਸ ਨਹੀਂ ਕਰ ਰਹੀ ਇਸ ਕਰਕੇ ਤੁਸੀਂ ਮੈਂ ਨਹੀਂ ਕਹਿੰਦਾ ਗਲਤ ਕਰੋ ਲਾਈਟਾਂ ਪੁਆਇੰਟ ਕਰਦੇ ਸੀਗੇ ਤੁਹਾਨੂੰ ਬੇਨਤੀ ਹੈ ਕਿ ਐਲਈਡੀ ਕੰਪਨੀ ਨੇ ਸ਼ਹਿਰ ਦੇ ਵਿੱਚ ਜਿੰਨੀਆਂ ਲਾਈਆਂ ਅਸੀਂ ਨਹੀਂ ਕਹਿੰਦੇ ਤੁਸੀਂ ਗਲਤ ਕਰੋ ਤੁਸੀਂ ਵੈਰੀਫਾਈ ਕਰੋ ਫਿਜ਼ੀਕਲੀ ਵੈਰੀਫਾਈ ਕਰਕੇ ਜਿੰਨੀਆਂ ਲਾਈਟਾਂ ਲੱਗੀਆਂ ਹੋਈਆਂ ਉਹਦਾ ਕੰਪਲੀਸ਼ਨ ਸਰਟੀਫਿਕੇਟ ਦੇ ਦਿਓ ਤਾਂ ਕਿ ਉਹਨਾਂ ਨੂੰ ਮੇਨਟੇਨੈਂਸ ਦਿੱਤੀ ਜਾ ਸਕੇ ਹੁਣ ਪ੍ਰੋਬਲਮ ਤਾਂ ਆਪਸ ਵਿੱਚ ਤੁਹਾਡੀ ਟੈਕਨੀਕਲ ਹੈ ਕਿ ਉਹਨਾਂ ਨੇ ਕੰਪਲੀਸ਼ਨ ਸਰਟੀਫਿਕੇਟ ਮੰਗਣਾ ਮੇਨਟੇਨੈਂਸ ਉਹਨਾਂ ਕੋਲ ਆਉਂਦੀ ਨਹੀਂ ਇਸ ਕਰਕੇ ਚੱਕਰ ਚ ਪਏ ਆ ਤੁਸੀਂ ਫਿਜ਼ੀਕਲੀ ਵੈਰੀਫਾਈ ਕਰ ਲਓ ਮੈਂ ਤਾਂ ਖੁਦ ਰੌਲਾ ਡਾਕਟਰ ਸਾਹਿਬ ਪੁਆਇੰਟਾਂ ਦਾ ਆ ਈਓ ਸਾਹਿਬ ਐਲਈਡੀ ਕੰਪਨੀ ਦੇ ਕਿੰਨੇ ਸੀਗੇ ਪੁਆਇੰਟ ਜੀ 3321 ਸੀਗੇ ਲੱਗੇ ਕਿੰਨੇ ਆ ਜੀ ਕਿੰਨੇ ਆ ਲੱਗੇ ਮੈਂ 3800 ਗਿਣੇ ਆ ਜੀ ਆਪੇ ਹੁਣ ਉਹ ਰੌਲਾ ਨਾ ਤੁਸੀਂ ਗੱਲ ਹੀ ਕਰਦੇ ਇੱਕ ਮਿੰਟ ਜਈ ਸਾਹਿਬ ਤੁਸੀਂ ਕਹਿੰਦੇ ਪਏ ਆ ਹਾਊਸ ਦੇ ਵਿੱਚ ਪ੍ਰੈਸ ਖੜੀ ਆ ਵੀ ਮੈਂ ਉਹਨਾਂ ਨੂੰ ਫਾਈਨਲ ਕਰਤਾ ਫਿਰ 400 ਪੁਆਇੰਟ ਕਿੱਥੇ ਆ ਉਹ ਕਹਿੰਦੇ ਐਮਸੀਆ ਕੋ ਆ ਕਿਹੜੇ ਐਮਸੀਆ ਕੋਲ ਨਹੀਂ ਜਿਹੜੇ ਵੀ ਐਮਸੀ ਕੋਲ
ਜਿਹੜੀ ਗੱਲ ਕੀਤੀ ਜਾਵੇ ਤੇ ਕਲੀਅਰ ਕੱਟ ਗੱਲ ਆ ਉਹਦੇ ਕੋਲ ਇੱਕ ਮਿੰਟ ਯਾਰ ਇਹ ਥੋੜਾ ਗੱਲ ਆ ਐਮਸੀਆਂ ਤੇ ਬਲੀਮ ਲਾ ਦੇਣ ਐਮਸੀਆਂ ਦੀ ਲਿਸਟ ਦੇ ਕਿਹਦੇ ਕਾਉਂਟਿੰਗ ਕੀਤੀ ਹੈ ਜੀ ਜਿੰਨੇ ਲੱਗੇ ਤੁਸੀਂ 2900 ਕੀਤੀ 33 ਕਿੱਦਾਂ ਕਹਿ ਸਕਦੇ ਆ ਤੁਸੀਂ ਕਿਹੜੀ ਉਹ ਕਿੱਦਾਂ ਕਹਿ ਸਕਦਾ ਵੀ ਕਿਤੇ ਐਮਸੀ ਕੋਲ ਲਾਈਟਾਂ ਪਈਆਂ ਦੇਖੋ ਮੇਰੀ ਗੱਲ ਐਮਸੀ ਨੂੰ ਦੇਣ ਦਾ ਯਾਰ ਸਾਹਿਬ ਮੈਂ ਤੁਸੀਂ ਪ੍ਰਧਾਨ ਜੀ ਤੁਸੀਂ ਵੀ ਉਹਦੇ ਉਸੇ ਪਾਰਟੀ 'ਚ ਸੀ ਮੈਨੂੰ ਕਹਿਣਾ ਤਾਂ ਨਹੀਂ ਚਾਹੀਦਾ ਉਹ ਲਾਈਟਾਂ ਤੁਹਾਡੇ ਸਾਬਕਾ ਵਿਧਾਇਕ ਸਾਹਿਬ ਦੀ ਕੋਠੀ ਗਈਆਂ ਸੀਗੀਆਂ ਐਮਸੀ ਇਲੈਕਸ਼ਨ ਦੇ ਵੇਲੇ ਉਹ ਪ੍ਰੋਵਾਈਡ ਕਰਾਈਆਂ ਗਈਆਂ ਦੇਖੋ ਮੇਰੀ ਗੱਲ ਸੁਣੋ ਇਹੋ ਸੱਚ ਆ ਉਹ ਕੀ ਹੁੰਦਾ ਸੱਚ ਆ ਉਹ ਲਾਈਟਾਂ ਦੱਸੋ 3300 ਕਿਲੋ ਮੈਂ ਦੱਸਦਾ 3300 ਪੁਆਇੰਟ ਕਿੱਥੇ ਆ ਦੱਸੋ 3300 ਪੁਆਇੰਟ ਕਿੱਥੇ ਆ ਇਹ ਸੱਚ ਗੱਲ ਸੁਣੋ ਮੇਰੀ ਗੱਲ ਸੁਣੋ ਇਹ ਉਹ ਲਾਈਟਾਂ ਹੈ ਕਿੱਥੇ ਐਮਸੀ ਦੇ ਨਹੀਂ ਕਿੱਥੇ ਦੱਸੋ ਨਹੀਂ ਮੇਰੀ ਗੱਲ ਸੁਣੋ ਕਲੇਮ ਨਾ ਲਾਉਂਦਾ ਮੇਰੀ ਗੱਲ ਇਹ ਕਰ ਰਹੇ ਆ ਉਹ ਜਵਾਬ ਲੈ ਲਓ ਯਾਰ ਐਮਸੀ ਇਲੈਕਸ਼ਨ ਦਾ ਰੌਲਾ ਸੀਗਾ ਉਹ ਤੁਸੀਂ ਸਵਾਲ ਖਾ ਕੇ ਦੇ ਜਵਾਬ ਲੈ ਲਓ ਕੁਝ ਲਾਈਟਾਂ ਆਈਆਂ ਸੀ ਜਦੋਂ ਬੱਲੂ ਭਾਜੀ ਪ੍ਰਧਾਨ ਸੀ ਠੀਕ ਹੈ ਜੀ ਠੀਕ ਆ ਉਹ ਮੈਨੂੰ ਨਹੀਂ ਪਤਾ ਕਿੱਥੇ ਆਈਆਂ ਕਿਹਨੂੰ ਵੰਡੀਆਂ ਕੀ ਗਈਆਂ ਸਾਨੂੰ ਸਾਰੇ ਐਮਸੀਆਂ ਨੂੰ ਅਸੀਂ ਉਸ ਵੇਲੇ ਮੇਰੇ ਖਿਆਲ ਸ਼ਾਇਦ ਫੋਲੋ ਵੀ ਲਵਾਈਆਂ ਸੀ ਸਾਰਿਆਂ ਨੇ ਉਸ ਵੇਲੇ ਟੀਮ ਨਹੀਂ ਸੀ ਸਾਰਿਆਂ ਨੂੰ ਦਿੱਤੀਆਂ ਗਈਆਂ ਸੀ ਉਸ ਤੋਂ ਬਾਅਦ ਜਿਹੜੀਆਂ ਮੇਰੀ ਟਰਮ ਦੇ ਵਿੱਚ ਲਾਈਟਾਂ ਆਈਆਂ ਮੇਰੀ ਟਰਮ ਤੋਂ ਵੀ ਪਹਿਲਾਂ ਆ ਗਈਆਂ ਸੀ ਇਲੈਕਸ਼ਨਾਂ ਤੋਂ ਪਹਿਲੀ ਗੱਲ ਆ ਉਹ ਜਿਹੜੀਆਂ ਲਾਈਟਾਂ ਆਈਆਂ ਉਹ ਕੰਪਨੀ ਨੇ ਖੁਦ ਆਪ ਲਾਈਆਂ ਉਹਨਾਂ ਨੇ ਉਹ 'ਚ ਕਿਸੇ ਪ੍ਰਾਈਵੇਟ ਬੰਦੇ ਨੇ ਨਹੀਂ ਕਿਸੇ ਐਮਸੀ ਨੇ ਨਹੀਂ ਆਪ ਲਾਈਆਂ ਤੇ ਕਿਸੇ ਜੇ ਮੇਰੀ ਟਰਮ 'ਚ ਵੀ ਲਾਈਟਾਂ ਆਈਆਂ ਤਾਂ ਇਹਨਾਂ ਦੇ ਘਰ ਉਤਰੀਆਂ ਸੀ ਜਗ੍ਹਾ ਨਹੀਂ ਸੀਗੀ ਕੋਈ ਇੱਥੇ ਲਾਇਬ੍ਰੇਰੀ ਪਹੁੰਚਾਉਂਦੀ ਸੀ ਕਹਿੰਦੇ ਸੁਣੋ ਕਹਿੰਦੇ ਨਹੀਂ ਆਂਟੀ ਦੇ ਘਰ ਉਤਾਰੀਆਂ ਸੀ ਲੇਕਿਨ ਉੱਥੋਂ ਸਾਰੇ ਚਾਹੇ ਓਪੋਜੀਸ਼ਨ ਦੇ ਐਮਸੀ ਸੀ ਚਾਹੇ ਸੀਗੇ ਰੂਲਿੰਗ ਪਾਰਟੀ ਦੇ ਐਮਸੀ ਪਰ ਉਹਨਾਂ ਚੋਂ ਮੈਨੂੰ ਇੱਕ ਲਾਈਟ ਹੀ ਉਹ ਮਿਲੀ ਚਲੋ ਇਹਨਾਂ ਵੱਲੋਂ 400 ਲਾਈਟ ਤੁਹਾਡੇ ਤੁਹਾਡੇ ਘਰ ਸੁਣੋ ਇੱਕ ਮਿੰਟ ਆਂਟੀ ਤੁਹਾਡੇ ਦਾ ਇਹ ਹਾਲ ਆ ਕਿ ਤੁਹਾਡੀਆਂ ਸਾਰੀਆਂ ਗਲੀਆਂ ਬਣ ਜਾਣ ਜੇ ਇੰਨਾ ਕੁ ਟੋਟਾ ਰਹਿ ਗਿਆ ਮੇਰੇ ਬਾੜ ਦਾ ਕੁਝ ਸਾਰੀਆਂ ਲਾਈਟਾਂ ਇਹਨਾਂ ਦੇ ਘਰੋਂ ਸਪਲਾਈ ਹੋਈਆਂ ਮੇਰੀ ਗੱਲ ਸੁਣੋ ਉਸ ਤੋਂ ਬਾਅਦ ਜਿਹੜੀ ਪਰਮ ਜੀ ਹੁਣੀ ਕਹਿੰਦੇ ਆ ਲਾਈਟਾਂ ਉਸ ਤੋਂ ਬਾਅਦ ਲਾਈਟਾਂ ਆਈਆਂ ਉਸ ਕਿਸੇ ਨੂੰ ਨਹੀਂ ਪਤਾ ਲੱਗੀਆਂ ਕਿੱਥੇ ਲੱਗੀਆਂ ਕਿੱਥੇ ਪਈਆਂ ਨਹੀਂ ਉਹ ਦੱਸੋ ਕਿੱਥੇ ਰੱਖੀਆਂ ਆਪਣੇ ਸਟੋਰ ਜਿਹੜਾ ਹਾਕੀ ਰੈਨ ਬਸੇਰੇ ਰਹੇ ਤੇ ਉਹਨਾਂ ਦੇ ਮੈਂਬਰ ਆਪ ਰਹੇ ਉੱਥੇ ਰਹੇ ਆ ਉੱਥੋਂ ਬਿਲਕੁਲ ਤੁਸੀਂ ਸਹੀ ਕਹਿੰਦੇ ਆ ਵੀ ਰੈਣ ਬਸੇਰੇ 'ਚ ਰਹੇ ਆ ਪਰ ਰੈਣ ਬਸੇਰੇ ਤੋਂ ਦੱਸੋ ਜਿਹੜੇ ਓਪੋਜੀਸ਼ਨ ਦੇ 8 ਐਮਸੀ ਸੀਗੇ ਮੈਨੂੰ ਹੱਥ ਖੜਾ ਕਰਕੇ ਦੱਸਣ ਕਿ ਉਹ ਐਲਈਡੀ ਵਾਲੇ ਨੇ ਕਿਸੇ ਇੱਕ ਵੀ ਐਮਸੀ ਨੂੰ ਫੋਨ ਕੀਤਾ ਹੋਵੇ ਜਿੱਦਣ ਇੱਕ ਮਿੰਟ ਸੁਣ ਲਓ ਸੁਣਨ ਦੀ ਕੋਈ ਗੱਲ ਨਹੀਂ ਜਿਸ ਦਿਨ ਰਾਜ ਭਾਗ ਬਦਲਿਆ ਉਸ ਦਿਨ ਉਹ ਐਲਈਡੀ ਵਾਲਾ ਮੇਰੇ ਕੋਲ ਆਇਆ ਕਹਿੰਦਾ ਜੀ ਹੁਣ ਦੱਸੋ ਤੁਸੀਂ ਕਿੱਥੇ ਲਵਾਉਣੀਆਂ ਫਿਰ ਇਹਨਾਂ ਨੂੰ ਮੈਂ ਸਾਰਿਆਂ ਨੂੰ ਵੰਡ ਕੇ ਲਾਈਟਾਂ ਦਿੱਤੀਆਂ ਜੀ ਮਤਲਬ ਹੋਇਆ ਇਦਾਂ ਹੀ ਆ ਜੋ ਇਹ ਕਹਿੰਦੇ ਪਰਮੋਣੀ ਹੋਇਆ ਇਦਾਂ ਹੀ ਆ ਚਲੋ ਵਿਧਾਇਕ ਦੀ ਕੋਠੀ ਨਹੀਂ ਗਈਆਂ ਇਹਨਾਂ ਨੇ ਇਲੈਕਸ਼ਨ ਲੜੀ ਆ ਜੀ ਜਿਹੜੇ ਐਮਸੀ ਨੇ ਲੜੀ ਆ ਉਹਨਾਂ ਨੂੰ ਵੀ ਤਾਂ ਲਾਈਟਾਂ ਦਿੱਤੀਆਂ ਨਾ ਸਾਰੇ ਨੇ ਦਿੱਤੀਆਂ ਸਾਡੇ ਵਾਟਰ ਨੇ ਉਹ ਲਾਈਟਾਂ ਲਾਉਂਦੇ ਸੀ ਇੱਧਰ ਸਾਰਿਆਂ ਨੂੰ ਹੋ ਗਿਆ ਮੇਰੇ ਬਾਰੇ ਤਾਂ ਪਤਾ ਨਹੀਂ ਯਾਰ ਕਿੱਧਰ ਹਾਰੇ ਮੈਂ ਗੱਲ ਕਰਨਾ ਚਾਹਨਾ ਵੀ ਜਿਸ ਦਿਨ ਮੈਂ ਜਿੱਤਿਆ ਦੂਜੇ ਦਿਨ ਲੈਟਾਂ ਲਾ ਲਈਆਂ ਮੇਰੇ ਬਾੜ ਚੋਂ ਕਿਲੇ ਮਹੱਲੇ ਦੇ ਵਿੱਚ ਲਾਂਬੇ ਤੁਹਾਡੇ ਬੰਦੇ ਸੀਗੇ ਜਿਹੜੇ ਹਾਰੇ ਮੇਰੇ ਤੋਂ ਉਹਨਾਂ ਨੇ ਲਾਈਆਂ ਜਿਹੜੇ ਹਾਰੇ ਮੇਰੇ ਤੋਂ ਜੀ ਹਾਰੇ ਆ ਉਹਨੇ ਲਾਈਆਂ ਦੇਖੋ ਸਾਡੀ ਸ਼ਾਇਦ ਕੌੜਾ ਹੋਊਗਾ ਦੇਖੋ ਸਾਡੀ ਕੋਈ ਇੱਥੇ ਕੋਈ ਨਿੱਜੀ ਲੜਾਈ ਨਹੀਂ ਹੈਗੀ ਅਸੀਂ ਤਾਂ ਇਹ ਕਹਿੰਦੇ ਜਿਹੜਾ 400 ਪੁਆਇੰਟ ਆ ਜੀ ਜਿਸ ਚੀਜ਼ ਕਰਕੇ ਸਾਨੂੰ ਖਮਿਆਜਾ ਭੁਗਤਣਾ ਪੈ ਰਿਹਾ ਸਾਰੇ ਐਮਸੀਆਂ ਨੂੰ ਮੈਨੂੰ ਇਕੱਲੇ ਨੂੰ ਨਹੀਂ ਸਾਰੇ ਐਮਸੀਆਂ ਨੂੰ 2 ਮਹੀਨੇ ਤੋਂ ਅਸੀਂ ਇਸੇ ਗੱਲ ਖੱਜਲ ਹੁੰਦੇ ਆ ਜਦੋਂ ਅਸੀਂ ਉਹਨੂੰ ਕਹਿੰਦੇ ਲਾਈਟਾਂ ਉਹ ਕਹਿੰਦੇ ਜੀ ਪੁਆਇੰਟ ਜਿਹੜੀ ਆਪਣੀ ਜਗ੍ਹਾ ਸੱਚਾ ਆ ਉਹ ਕਹਿੰਦਾ ਜੀ ਲਾਈਟਾਂ ਮੈਂ ਗਿਣ ਕੇ ਲਈਆਂ ਜਿੰਨੀਆਂ ਲਾਉਂਗਾ ਉਨੀਆਂ ਦਾ ਮੈਂ ਸਰਟੀਫਿਕੇਟ ਦਊਂਗਾ ਤੇ ਉਹਦਾ ਹੱਲ ਕਰਾ ਦਿਓ ਜੇ 29 ਦਾ ਦਿਓ ਇੱਕ ਮਿੰਟ ਕਹਿੰਦੇ 400 ਲਾਈਟ ਵਾ ਬਚਦੀ ਜੇਈ ਸਾਹਿਬ ਦੇ ਰਿਪੋਰਟ ਮਤਲਬ 19 ਐਮਸੀ ਆ ਤੁਸੀਂ 50 ਰੱਖ ਲਓ ਪ੍ਰਧਾਨ ਆ ਤੁਸੀਂ ਹੋਰ ਪਾਸੇ ਵੀ ਤੁਸੀਂ ਦੇਣੀਆਂ ਬਾਕੀ ਇਹਨਾਂ ਨੂੰ 15 18 ਵੰਡ ਦਿਓ ਜਿੱਥੇ ਜਿੱਥੇ ਲਵਾਉਣੀਆਂ ਲਵਾ ਲਓ ਕਿੱਥੇ ਲਾਈਟਾਂ ਲਾਈਟਾਂ ਨਹੀਂ ਕਿ ਪੈਸੇ ਪੈਣੇ ਆ
3300 ਲਾਈਟਾਂ ਦੇ ਪੈਸੇ ਇਹਨੂੰ ਸ਼ੁਕਲ ਚ ਨਾ ਗੱਲ ਲਓ ਤੁਹਾਡਾ ਮੇਰੀ ਗੱਲ ਸੁਣੋ ਇੱਕ ਮਿੰਟ ਪੰਜਾਬ ਸਰਕਾਰ ਦਾ ਕਲਸਟਰ ਬਣਿਆ ਸੀ ਨਵਾਂ ਸ਼ਹਿਰ ਦੀਆਂ 3375 ਲਾਈਟਾਂ ਪਾਸ ਹੋਈਆਂ ਸੀ 3375 ਲਾਈਟਾਂ ਦੇ ਪੈਸੇ ਤੁਹਾਡਾ ਜਿਹੜਾ ਬੈਟ ਆਂਦਾ ਜਾਂ ਤੁਹਾਡੀ ਐਕਸਾਈਜ਼ ਜਾਂਦੀ ਆ ਉਹਦੇ ਰਾਹੀਂ ਘੱਟ ਹੋ ਜਾਣੇ ਆ ਇਹ ਕੋਈ ਫ੍ਰੀ ਚ ਨਹੀਂ ਸਰਕਾਰ ਨੇ ਲਾਈਆਂ ਸੀ ਇਸ ਕਰਕੇ ਜਿਹੜੀਆਂ 2900 ਆਈਆਂ 400 ਕੁਝ ਰਹਿੰਦੀਆਂ ਆ ਉਹਨੂੰ ਕਹੋ ਹਦਾਇਤ ਕਰਨ ਈਓ ਸਾਹਿਬ ਵੀ ਅੱਗੇ ਪਹੁੰਚ ਗਿਆ ਸਾਹਿਬ ਤੇ ਲਵਾਓ ਉਹਨਾਂ ਨੂੰ ਜਿਹੜੀ ਗੱਲ ਕਰਨਾ ਇਹ ਤਰੀਕੇ ਹਾਂ ਇਹ ਗੱਲ ਕਰੋ ਇਹ ਗੱਲ ਕਰਨਾ ਠੀਕ ਆ ਜੀ ਈਓ ਸਾਹਿਬ ਇੱਕ ਮਿੰਟ ਦੀ ਗੱਲ ਸੁਣੋ ਤੁਸੀਂ ਕਿਸੇ ਦੇ ਜ਼ਿਕਰ ਕੀਤਾ ਸੀ ਵੀ ਉਹ ਪਹਿਲਾਂ ਕੋਲ ਮੈਂ ਭਰ ਲੈਣਾ ਆਪਣੇ ਕੋਲ ਉਹ ਕੰਮ ਤੁਹਾਡੇ ਕੋਲ ਬੈਠੇ ਹੋ ਨੂੰ ਲੈ ਸਭ ਤੋਂ ਬਾਅਦ ਤਾਂ ਤੇਰੇ ਲੱਗੀਆਂ 57 ਲਾਈਟਾਂ ਲਵਾਈ ਚੱਲੇ ਨਾ ਚੱਲਣ ਲੱਗੀਆਂ ਯਾਰ ਜਿੰਨੇ ਦਾ ਇਹਨਾਂ ਨੇ ਕੰਪੀਟੀਸ਼ਨ ਸਰਟੀਫਿਕੇਟ ਦੇਣਾ ਉਹਨੇ ਪੇਮੈਂਟ ਇੰਨੀਆਂ ਜ਼ਿਆਦਾ LED ਲਵਾ ਲਈਆਂ ਬਿਨਾਂ ਬਿਜਲੀ ਤੋਂ ਝਬੇਕੇ ਮਾਰਦੀਆਂ ਵੀ ਬਿਜਲੀ ਘਟ ਗਈ ਨਹੀਂ ਪ੍ਰਧਾਨ ਜੀ ਪਤਾ ਕੀ ਹੈ ਜੀ ਉਹ ਈਓ ਸਾਹਿਬ ਦੇਖੋ ਉਸ ਕੰਪਨੀ ਦੀ ਉਹਨਾਂ ਨੂੰ ਰਿਪੋਰਟ ਕਰਨਗੇ ਈਓ ਸਾਹਿਬ ਵੈਸੇ ਮੇਰੀ ਗੱਲ ਸੁਣੋ ਇੱਕ ਮਿੰਟ ਈਓ ਸਾਹਿਬ ਕਮੇਟੀ ਦਾ ਇੱਕ ਮਿੰਟ ਕਮੇਟੀ ਦਾ ਵੀ ਸੋਚ ਲੈਂਦੇ ਸੁਣੋ 3375 LED ਦਾ ਮਤਲਬ ਪਤਾ ਕੀ ਆ ਵੀ ਕਮੇਟੀ ਦਾ ਬਿੱਲ ਮੇਰੀ ਗੱਲ ਸੁਣੋ 100 ਤੋਂ 35-40 ਰੁਪਏ ਰਹਿਣਾ ਬਿੱਲ ਤੁਹਾਡਾ ਤੁਸੀਂ ਅੱਜ ਤੱਕ ਨਹੀਂ ਤੁਹਾਡੇ ਅਕਾਊਂਟੈਂਟ ਨੇ ਜਾਂ ਜਿਹੜਾ ਵੀ ਹੈਗਾ ਉਹਨੇ ਦੇਖਿਆ ਬਿੱਲ ਤੁਹਾਡਾ ਉਨਾ ਹੀ ਆਂਦਾ ਪਿਆ ਐਵਰੇਜ ਉਹ ਬਿੱਲ ਭੇਜੀ ਜਾਂਦੇ ਆ ਬਿਜਲੀ ਬੋਰਡ ਵਾਲੇ ਜਦ ਆਪਾਂ LED ਲਾਈਟਾਂ ਲਾ ਲਈਆਂ LED ਦਾ ਮਤਲਬ ਕੀ ਆ ਘਰਾਂ 'ਚ ਬਿੱਲ ਘਟਦੇ ਆ ਕਮੇਟੀ ਦਾ ਕਿਉਂ ਨਹੀਂ ਘਟਿਆ ਕਿਉਂਕਿ ਆਪਾਂ ਕਿਸੇ ਨੇ ਖਿਆਲ ਹੀ ਨਹੀਂ ਕੀਤਾ ਉਹ ਵੀ ਕਰਦੇ ਜਿਹੜੇ ਵੀ ਚਲੋ ਤੁਹਾਡਾ ਕਸੂਰ ਨਹੀਂ ਜਿਹੜਾ ਇਹਦੇ ਵੱਲ ਖਿਆਲ ਕਰ ਲਓ ਜੇ ਲੱਖ 2 ਲੱਖ ਧਿਆਨ ਕਰ ਲਓ ਜੀ ਲੱਖ 2 ਲੱਖ ਰੁਪਏ ਬਿੱਲ ਬਚ ਸਕਦਾ ਜਿਹਦਾ ਇਹ ਮਕਸਦ ਹੀ ਇਹ ਸੀਗਾ ਬਿਜਲੀ ਦਾ ਬਿੱਲ ਘਟਾਉਣਾ ਬਿਜਲੀ ਦਾ ਬਿੱਲ ਘਟਾਉਣਾ ਮੈਂ ਵੀ ਕਰ ਇੱਕ ਗੱਲ ਬਸ ਰਹਿ ਗਈ ਉਹ ਮੈਨੂੰ ਕਰ ਲੈਣ ਦਿਓ ਦੇਖੋ ਪਿਛਲੀ ਮੀਟਿੰਗ ਦੇ ਵਿੱਚ ਆਪਾਂ ਜਤਿੰਦਰ ਵਾਲਾ ਮਤਾ ਲਿਆਉਣ ਦੀ ਗੱਲ ਕੀਤੀ ਸੀ ਵੀ ਉਹਦੇ ਡਿਊਜ਼ ਰਹਿੰਦੇ ਆ ਉਦੋਂ ਦਾ ਆਪਾਂ ਸਾਰੇ ਤੜਫਦੇ ਫਿਰਦੇ ਸੀਗੇ ਵੀ ਡਿਊਜ਼ ਮਿਲਣੇ ਚਾਹੀਦੇ ਅਸੀਂ ਵੀ ਪ੍ਰਧਾਨ ਜੀ ਉਹਨਾਂ ਸਾਰਿਆਂ ਨੇ ਕਿਹਾ ਸੀਗਾ ਵੀ ਜੇ ਉਹਦੇ ਬਣਦੇ ਤਾਂ ਦਿੱਤੇ ਜਾਣ ਤੁਸੀਂ ਕਿਹਾ ਸੀਗਾ ਵੀ ਅਗਲੀ ਮੀਟਿੰਗ ਦੇ ਏਜੰਡੇ 'ਚ ਰੱਖ ਦਿੱਤਾ ਜਾਵੇ ਉਹ ਏਜੰਡੇ 'ਚ ਕਿਉਂ ਨਹੀਂ ਰੱਖਿਆ ਗਿਆ ਉਦੋਂ ਬਾਅਦ ਯੂਜ਼ ਕਹੋਗੇ ਕਿ ਮੇਰੇ ਕੋਲ ਹਲੇ ਫਾਈਲ ਨਹੀਂ ਮੋਟਾ ਹੋਈ ਮੈਂ ਇਹਨਾਂ ਨੂੰ ਵਰਬਲੀ ਕਿਹਾ ਸੀ ਪਰ ਮੀਟਿੰਗ ਤੋਂ ਪਹਿਲਾਂ ਆਪਾਂ ਉਦੋਂ ਕਹਿੰਦੇ ਦੂਜੇ ਦਿਨ ਮੀਟਿੰਗ ਮੇਰੀ ਰਿਪੋਰਟ ਨਹੀਂ ਆਈ ਮੇਰੇ ਕੋਲ ਦੱਸੋ ਜੀ ਸਰ ਸਰ ਉੱਥੇ ਰੂਲਾਂ ਅਨੁਸਾਰ ਰਿਪੋਰਟ ਮੰਗੀ ਸੀ ਅਕਾਊਂਟੈਂਟ ਤੋਂ ਹਲੇ ਰਿਪੋਰਟ ਦੇਖੋ ਵੀ ਨਹੀਂ ਉਹਨਾਂ ਵੱਲੋਂ ਸਬਮਿਟ ਹੋਈ ਉਹ ਹੁਣ ਵਕੀਲ ਨਾਲ ਐਲਏ ਸਾਹਿਬ ਨਾਲ ਗੱਲ ਕਰਕੇ ਜੋ ਵੀ ਰਿਪੋਰਟ ਹੋਊਗੀ ਰੂਲਾਂ ਅਨੁਸਾਰ ਜੇ ਦੇਣਾ ਬੰਦਾ ਹੋਊਗਾ ਤੇ ਜ਼ਰੂਰ ਪੜਾ ਨਹੀਂ ਅਸੀਂ ਤਾਂ ਕਿਹਾ ਸੀਗਾ ਜੀ ਉਦੋਂ ਵੀ ਉਹ ਸਭ ਰੋਕਣ ਨਹੀਂ ਅਸੀਂ ਤਾਂ ਕਹਿੰਦੇ ਭਾਈ ਤਾਂ ਕਹਿੰਦੇ ਆ ਵੀ ਪ੍ਰੋਸੀਜਰ ਅਡਾਪਟ ਕਰੋ ਉਹਨੂੰ ਇਹ ਹੈ ਕਿ ਬੰਦੇ ਦਿਓ ਤੇ ਉਹ ਮੈਂ ਬੇਨਤੀ ਕਰਨਾ ਜੀ ਅਕਾਊਂਟੈਂਟ ਨੂੰ ਮਾਰ ਕੀਤੀ ਸੀ ਉਹਨਾਂ ਅਕਾਊਂਟੈਂਟ ਸਾਹਿਬ ਰਿਪੋਰਟ ਕਰਕੇ ਜਦੋਂ ਦੇਣਗੇ ਰੂਲਾਂ ਅਨੁਸਾਰ ਕੀ ਦੇਣਾ ਬੰਦਾ ਇਹ ਉਹ ਰੱਖਾਂਗੇ ਅਸਲ 'ਚ ਅਕਾਊਂਟੈਂਟ ਆਪਣੇ ਕੋਲ ਹਲੇ ਕੋਈ ਪੱਕਾ ਹੈ ਨਹੀਂ ਚਲੋ ਇੱਕ ਤਾਂ ਹੋਰ ਪ੍ਰਧਾਨ ਜੀ ਅਕਾਊਂਟੈਂਟ ਸਿਰਫ ਇੱਕ ਦਿਨ ਲਈ ਆਉਂਦਾ ਉਹ ਗੈਸ ਵਾਲੇ ਇੱਕ ਮਿੰਟ ਗੈਸ ਵਾਲਿਆਂ ਨੂੰ ਕਿਹੜੀ ਗੈਸ ਦੀਆਂ ਪਾਈਪਾਂ ਪੈਂਦੀਆਂ ਪਈਆਂ ਸਾਰਾ ਸ਼ਹਿਰ ਪੱਟਣ ਦੀ ਇੱਕ ਮਿੰਟ ਸਾਰਾ ਸ਼ਹਿਰ ਪੱਟਣ ਦੀ ਇਜਾਜ਼ਤ ਦਿੱਤੀ ਕਿ ਆਪਾਂ ਇਹਨਾਂ ਵੀ ਨਹੀਂ ਠੀਕ ਸਮਝਿਆ ਕਿ ਆ ਜਿਹੜੇ ਲੋਕਾਂ ਦੇ ਚੁਣੇ ਨੁਮਾਇੰਦੇ ਆ ਵੀ ਇਹਨਾਂ ਨੂੰ ਹਾਊਸ 'ਚ ਦੱਸ ਦਈਏ ਵੀ ਨਵਾਂ ਸ਼ਹਿਰ 'ਚ ਗੈਸ ਪੈਣ ਲੱਗੀ ਆ ਤੇ ਆਪਾਂ ਇਹਨਾਂ ਨੂੰ ਇਜਾਜ਼ਤ ਦੇ ਦਿੱਤੀ ਆ ਇੱਕ ਮਿੰਟ ਜੀ ਕਿਸੇ ਨੇ ਜਾ ਕੇ ਦੇਖਿਆ ਆ ਜਿਹੜਾ ਫਰੈਂਡ ਕਲੋਨੀ ਆ ਉੱਥੇ 5 ਦਿਨ ਜਿੱਦਾਂ ਟਿਊਬਵੈਲ ਚੱਲਿਆ ਐਦਾਂ ਪਾਣੀ ਬਰਬਾਦ ਅੱਜ ਹੁਣ ਰਾਮਸਨ ਕਦੀ ਰਾਮਸਨ ਮੋਰੇ ਕਦੀ ਇੱਕ ਮਿੰਟ ਮੇਰੀ ਗੱਲ ਸੁਣੋ ਆਪਾਂ ਕਹਿਤਾ ਜੀ ਉਹਨਾਂ ਨੂੰ ਇਜਾਜ਼ਤ ਦੇ ਦਿੱਤੀ ਠੀਕ ਹੈ ਜੀ ਲੋਕ ਤੜਫਦੇ ਫਿਰਦੇ ਆ ਗੈਸ ਪੈਣੀ ਵਧੀਆ ਗੱਲ ਆ ਜੇ ਉੱਥੇ ਨਾਲ ਆਪਾਂ ਵਿੱਚ ਐਗਰੀਮੈਂਟ ਦੇ ਕਰਦੇ ਵੀ ਤੁਹਾਡਾ ਪਲੰਬਰ ਨਾਲ ਖੜੇ ਤੁਹਾਡਾ ਸੀਵਰੇਜ ਦਾ ਬੰਦਾ ਨਾਲ ਖੜੇ ਵਿੱਚ ਐਗਰੀਮੈਂਟ ਕਰਦੇ ਫਿਰ ਤੁਸੀਂ ਉਹਨਾਂ ਨੂੰ ਪੁੱਛਣ ਵਾਲੇ ਬਣਦੇ ਆ ਤੁਸੀਂ ਤਾਂ 2 ਮਿੰਟ ਲਾਏ ਵੀ 43 ਲੱਖ ਦੀ ਬੈਂਕ ਗਾਰੰਟੀ ਤੁਹਾਨੂੰ ਮਿਲ ਗਈ ਮੇਰੀ ਗੱਲ ਸੁਣੋ ਪੈਸੇ ਵੀ ਜਮ੍ਹਾਂ ਕਰਾਏ ਕਿੰਨੇ ਕਰਾਈ ਜਾਈਦਾ 14 ਲੱਖ ਰੁਪਏ ਯਾਰ 14 ਲੱਖ ਸਾਰੇ ਦਾ ਨਹੀਂ ਜਿਹੜੇ ਹਾਈਵੇ ਰੋਡ ਸਾਰੇ ਦਾ ਨਹੀਂ ਨਹੀਂ ਤੁਸੀਂ ਇੱਕ ਸਾਰੇ ਦਾ ਕਨੈਕਸ਼ਨ ਲੈਣਾ ਹੋਵੇ 14 ਲੱਖ ਦੇ ਰੋਡ ਕੱਟ ਹੋ ਜਾਂਦੇ ਉਹ ਚਲੋ ਯਾਰ ਤੁਸੀਂ 14 ਦਿੱਤਾ 4 ਦਿੱਤਾ ਵਿੱਚ ਦੀ ਐਗਰੀਮੈਂਟ ਦੇ ਵਿੱਚ ਇਹ ਲਿਖ ਲੈਂਦੇ ਨਾਲ ਉਹਨਾਂ ਦੇ ਜਿੱਦਾਂ ਜਲੰਧਰ ਵਾਲਿਆਂ ਨੇ ਲਿਖਿਆ ਪੜ੍ਹ ਲਓ ਉਹਨਾਂ ਦਾ ਰੈਜੂਲੇਸ਼ਨ ਵੀ ਪਲੰਬਰ
ਜਦੋਂ ਪਾਈਪ ਪੈਣੀ ਆ ਸਟੈਂਡ ਬਾਈ ਖੜੂਗਾ, ਸੀਵਰਮੈਨ ਸਟੈਂਡ ਬਾਈ ਖੜੂਗਾ, ਲੇਬਰ ਦਾ ਮਿਸਤਰੀ ਸਟੈਂਡ ਬਾਈ ਖੜੂਗਾ। ਕਿਸੇ ਨੇ ਜਾ ਕੇ ਚੈੱਕ ਕੀਤਾ ਨਾ, ਤੁਹਾਨੂੰ ਕੋਈ ਨਕਸ਼ਾ ਦੱਸਦੇ ਆ ਕਿੱਧਰੋਂ ਪੱਟਣਾ ਕਿੱਧਰੋਂ ਨਹੀਂ ਪੱਟਣਾ। ਤੁਹਾਨੂੰ ਅੱਜ ਦੱਸੋ ਕਿੱਥੇ ਪੱਟ ਹੁੰਦਾ ਪਿਆ? ਸ਼ਹਿਰ ਪੱਟ ਹੁੰਦਾ ਪਿਆ, ਅਫਸਰ ਦਫ਼ਤਰ ਕਿੱਥੋਂ ਪੱਟ ਹੁੰਦਾ ਪਿਆ? ਯਾਰ ਫਾਈਲ ਹਾਊਸ ਚ ਲਿਆਂਦੇ, ਫਾਈਲ ਮੇਰੀ ਹਾਊਸ ਕੱਲ੍ਹ ਹੀ ਬਣਿਆ ਉਹ, ਇਹਦੇ ਵਿੱਚ ਅਸੀਂ ਮੇਰੀ ਗੱਲ ਨੂੰ ਚੰਗੀ ਚੀਜ਼ ਹੋਣ ਲੱਗੀ ਕਿਸੇ ਵੀ ਮੈਂਬਰ ਨੇ ਵਿਰੋਧ ਕਰਨਾ ਸੀ? ਤੁਹਾਨੂੰ ਕੋਈ ਸਲਾਹ ਹੀ ਦਿੰਦੇ? ਮੈਂ ਕਹਿੰਦਾ ਜੀ, ਮੈਂ ਤੁਹਾਨੂੰ ਬਿੱਲ ਦੀ ਤਾਂ ਗੱਲ ਹੀ ਨਹੀਂ ਕਰਦਾ। ਤੁਸੀਂ ਜੋ ਬਣਦਾ ਉਹੀ ਲੈਣਾ, ਉਹ ਸਰਕਾਰੀ ਪੈਸੇ ਆ, ਸਰਕਾਰ ਦੇ ਘਰ ਚੋਂ ਆਣੇ ਆ, ਸਰਕਾਰ ਦੇ ਘਰ ਚੱਲ ਜਾਣੇ। ਜੇ ਆਪਾਂ ਵਿੱਚ 5-7 ਸ਼ਰਤਾਂ ਰੱਖ ਲੈਂਦੇ, ਸ਼ਹਿਰ ਦਾ ਪਾਣੀ ਬਚਾਅ ਹੁੰਦਾ। ਉੱਥੇ ਫਰੈਂਡ ਕਲੋਨੀ 'ਚ ਇੱਕ B.Ed ਕਾਲਜ ਦੀ ਪ੍ਰਿੰਸੀਪਲ ਆ, ਉਹ ਲੇਡੀ ਨੇ 100 ਫੋਨ ਤੁਹਾਡੀ ਕਮੇਟੀ ਕੀਤੇ, ਔਨ ਰਿਕਾਰਡ ਆ। 100 ਫੋਨ ਸੀਵਰੇਜ ਬੋਰਡ ਨੂੰ ਕੀਤੇ। ਮੇਰਾ ਗੱਲ 3 ਦਿਨ ਮੈਂ ਉੱਥੇ ਟੈਂਕੋ ਜਾਈ ਆ ਤੇ ਪਾਣੀ ਨਹਿਰ ਮੰਗਰ ਚੱਲਿਆ, ਉਹ ਸਹੀ ਕਰਵਾ ਦੇ। ਇੱਕ ਹੋ ਗਿਆ ਹੁਣ ਜੀ। ਨਹੀਂ ਸਹੀ ਹੋ ਗਿਆ। ਇਹ ਰਾਮਸਨ ਮੋਰੇ ਵੀ ਚੱਲ ਰਿਹਾ ਜੀ, ਕੰਮ ਦਾ ਨਹੀਂ ਚੱਲ ਰਿਹਾ। ਇੱਕ ਪ੍ਰਧਾਨ ਜੀ ਹੋਰ ਛੋਟੀ ਜਿਹੀ ਬੇਨਤੀ ਆ, ਤੁਸੀਂ ਕਹਿੰਦਾ ਮੀਟਿੰਗ ਲੰਬੀ ਲੈ ਉਹਨਾਂ ਕੋਲ ਕੋਈ ਇਦਾਂ ਦੀ ਬਾਰਿਸ਼ ਨਹੀਂ ਹੁੰਦੀ, ਉਹਨਾਂ ਨੂੰ ਥੱਲੇ ਪਤਾ ਲੱਗ ਜਾਂਦਾ ਕਿ ਲਾਈਨ ਹੈਗੀ ਆ। ਫਿਰ ਕਿੱਦਾਂ ਕ੍ਰਾਸ ਇਦਾਂ ਲੀਕੇਜ ਸਲੋ ਰੋਡ ਟੁੱਟਿਆ ਆ, ਰੈਸਟੋਰੇਸ਼ਨ ਉਹਨਾਂ ਦੀ ਹੈ ਵਿੱਚ। ਕੋਈ ਪ੍ਰੋਬਲਮ ਹੈ ਕਿਸੇ ਚੀਜ਼ ਦੀ ਚਲੋ ਕਰਾ ਕੇ ਉਹਨਾਂ ਤੋਂ ਕਰਾਓ। ਮੇਰੀ ਇੱਕ ਹੋਰ ਬੇਨਤੀ ਆ ਪ੍ਰਧਾਨ ਜੀ, ਜਿਹੜੇ ਸੜਕਾਂ ਟੁੱਟੀਆਂ ਹੋਈਆਂ, ਚਾਹੇ ਉਹ ਸਲੋ ਰੋਡ ਆ, ਉੱਥੇ ਇੱਕ ਦਿਨ ਮੇਰੇ ਸਾਹਮਣੇ ਬੰਦਾ ਡਿੱਗਿਆ ਜਦੋਂ ਦੁਆਬੇ ਸਕੂਲ ਕੋਲ ਜਾਂਦੇ ਆ, ਉੱਥੇ ਬਹੁਤ ਵੱਡਾ ਟੋਆ। ਇਹੀ ਹਾਲ ਕਲਾਮ ਰੋਡ ਤੇ ਹੋ ਗਿਆ, ਇਹੀ ਹਾਲ ਜਿਹੜੀ ਹੀਰਾ ਜੱਟਾਂ ਮਹੱਲੇ ਤੋਂ ਸੜਕ ਜਾਂਦੀ ਆ ਘਾਹ ਮੰਡੀ ਨੂੰ, ਤੇ ਆਪਾਂ ਉਹਦਾ ਪੈਚ ਵਰਕ ਕਰਵਾ ਦਈਏ। ਠੀਕ ਹੈ ਜੀ, ਉਹਦਾ ਪਵਾ ਲਓ ਵੀ ਦੋ ਜਣੇ ਐਕਸੀਡੈਂਟ ਪਾ ਲਿਓ ਪੈਚ ਵਰਕ ਦੇ ਵਿੱਚ। ਆ 20 ਲੱਖ ਦਾ ਪ੍ਰਧਾਨ ਜੀ ਇੱਕ ਟੇਬਲ ਲਾਈਟ ਦਾ ਪਾ ਦਿਓ। ਸ਼ਹਿਰ ਦੇ ਵੱਖ-ਵੱਖ ਨਾਲੇ ਗੱਲ ਸੁਣਿਓ ਜੀ, ਇੱਕ ਹੋਰ, ਇੱਕ ਈਓ ਸਾਹਿਬ ਸਾਨੂੰ ਦੱਸਿਆ ਜਾਵੇ ਵੀ ਟੈਂਡਰ ਗੱਲ ਹੀ ਨਹੀਂ ਲੱਗਦੇ ਜੀ। ਜਿਹੜੇ ਪਾਸ ਜੀ ਨੇ ਸਾਈਨ ਕਰਤੇ, ਮਤਲਬ ਪ੍ਰਧਾਨ ਜੀ ਦੇ ਵੀ ਕਹਿੰਦੇ ਤੁਸੀਂ ਸਾਈਨ ਕਰਾ ਲਏ। 1 ਮਹੀਨਾ ਹੋ ਗਿਆ, ਲੱਗਦੇ ਗੱਲ ਹੀ ਨਹੀਂ ਪਏ। ਕੀ ਕਾਰਨ ਆ ਉਹ ਵੀ ਦੱਸ ਦਿਓ ਅੱਜ। ਉਹ ਅਗਲੇ ਪਾਸ ਕਰਨ ਵਾਲੇ ਤਾਂ ਹੀ ਬਣੇ, ਟੈਂਡਰ ਨਹੀਂ ਲੱਗਦੇ। ਸਰ ਇਹਦੇ ਚੇਤਾ ਵਾ ਇੱਕ ਤਾਂ ਜਿਹੜੀ ਜੌਂਕਲ ਆ ਉਹ ਏਡੀ ਸਾਹਿਬ ਦੀ ਬਦਲੀ ਹੋ ਗਈ, ਉਹਨਾਂ ਦੀ ਜੌਂਕਲ ਬਣ ਕੇ ਮੇਰੀ ਤਾਂ ਉਹ ਤਿਆਰ ਹੋਣੀ। ਮੇਰੀ ਗੱਲ ਸੁਣੋ, ਏਦਾਂ ਨਾ ਕਰੋ, ਇੱਕ ਪ੍ਰਧਾਨ ਜੀ ਦੀ ਡੌਂਗਲ ਹੋ ਗਈ, ਇੱਕ ਜੀ ਸਾਹਿਬ ਦੀ ਹੋਊਗੀ, ਇੱਕ ਤੁਹਾਡੀ ਆ। ਇਹ ਮੇਰੀ ਨਹੀਂ, ਇੱਕ ਐਮੀ ਸਾਹਿਬ ਦੀ। ਐਮੀ ਸਾਹਿਬ ਦੀ ਆ। ਤਿੰਨ ਡੌਂਗਲਾਂ ਤੁਹਾਡੇ ਕੋਲ ਆ, ਤੇ ਉਹ ਟੈਂਡਰ ਕਿਉਂ ਨਹੀਂ ਲੱਗਦੇ ਪਏ? ਜੀ ਸਾਹਿਬ ਉਹ ਟੈਂਡਰ ਦੱਸੋ। ਮੇਰੇ ਹਿਸਾਬ ਨਾਲ ਦੇ ਪੈਂਡਿੰਗ ਹੋਇਆ, ਪਿਛਲੀ ਮੀਟਿੰਗ 'ਚ ਵੀ ਗੱਲ ਕੀਤੀ ਸੀ। ਹੈ ਈਓ ਸਾਹਿਬ ਦੀ ਡੌਂਗਲ ਹੋਣੀ ਮੇਰੇ ਹਿਸਾਬ ਨਾਲ ਜ਼ਿਆਦਾ। ਇਹ ਅੱਜ ਕੱਲ ਕਰਦਿਆਂ ਨਾ ਹੀ ਬੰਨੀ ਆ, ਨਾ ਇਹਨਾਂ ਨੇ ਬਣਵਾਉਣੀ ਆ। ਤੁਹਾਨੂੰ ਨਹੀਂ ਉਹ ਸਭ ਛੱਡੋ ਗੱਲ। ਤੁਹਾਡੇ 3 ਜਾਣੇ ਡੌਂਗਲ ਦੇ ਨਾਲ ਕੀ ਟੈਂਡਰ ਹੀ ਲਾਣੇ, ਉਹਦੇ ਵਿੱਚ ਕੀ ਆ? ਸਾਈਨ ਤਾਂ ਪਾਸ ਹੋਏ ਆ, ਤੁਸੀਂ ਤੁਹਾਡੇ ਹਾਊਸ ਨੇ ਪਾਸ ਕੀਤੇ ਆ। ਪ੍ਰਧਾਨ ਜੀ, ਪਿਛਲੀ ਮੀਟਿੰਗ ਵਿੱਚ 3 ਦਿਨ ਵਾਲਾ ਮਤਾ ਪਾਇਆ ਸੀ ਟੇਬਲ ਆਈਟਮ 'ਚ, ਤੁਸੀਂ ਕਿਹਾ ਸੀ ਵੀ ਅਸੀਂ ਕਿਹਾ ਸੀ ਕਾਨੂੰਨ ਅਨੁਸਾਰ ਜਿਹੜੀ ਉਹਦੀ ਬਣਦੀ ਰਕਮ ਦਿੱਤੀ ਜਾਏ, ਪਰ ਤੁਸੀਂ ਜਿਹੜੀ ਐਪਲੀਕੇਸ਼ਨ ਦਿੱਤੀ ਇਹ ਕਾਹਦੇ ਵਾਸਤੇ ਦਿੱਤੀ ਹੈ? ਇਹ ਐਪਲੀਕੇਸ਼ਨ ਮੈਂ ਥੋੜੀ ਦਿੱਤੀ ਹੈ ਜੀ, ਤੁਸੀਂ ਦਿੱਤੀ ਸਾਨੂੰ ਮੈਨੂੰ ਨਹੀਂ ਆਈ। ਮੈਨੂੰ ਨਹੀਂ ਹੈ ਇਹ ਤਾਂ ਭੂਸ਼ਣ ਜੀ ਨੇ ਦਿੱਤੀ ਸੀ। ਕਲਰਕ ਸਾਹਿਬ ਨੇ ਭੇਜਿਆ ਆ ਕਿ ਕਲਰਕ ਸਾਹਿਬ ਵੀ ਭੇਜ ਸਕਦੇ ਆ ਸਾਨੂੰ, ਕਾਪੀ ਭੇਜ ਸਕਦੇ ਆ। ਔਰ ਦੂਸਰਾ ਸਵਾਲ ਮੇਰਾ ਇਹ ਆ ਕਿ ਇਹ ਜਿਹੜੀ ਚਿੱਠੀ ਹੈ ਇਹ ਅਲੱਗ-ਅਲੱਗ ਗਈ ਆ, ਉਹਦੇ ਐਮਸੀਆ ਨੂੰ ਅਲੱਗ ਨਾਮ ਲਿਖ ਕੇ ਗਈ ਆ ਤੇ ਉਹਦੇ ਨੂੰ ਅਲੱਗ। ਨਹੀਂ ਟੈਕਨੀਕਲ ਮੇਰੀ ਗੱਲ ਸੁਣੋ, ਟੈਕਨੀਕਲ ਪੁਆਇੰਟ ਇਹ ਆ, ਇਹ ਜਿਨ੍ਹਾਂ ਨੇ ਹਾਊਸ ਦੇ ਵਿੱਚ ਉਹਨੂੰ ਬਹਾਲੀ ਦਾ ਮਤਾ ਪਾਇਆ, ਉਹਨਾਂ ਨੂੰ ਅਲੱਗ ਨਾਮ ਦਿੱਤੇ ਗਏ ਆ। ਇੱਕ ਮਿੰਟ ਮੇਰੀ ਗੱਲ ਸੁਣੋਗੇ ਪਲੀਜ਼। ਜਿਹੜੇ ਆ ਐਂਡ ਵਿੱਚ ਦੇਖੋ ਤੁਸੀਂ 8 ਨੰਬਰ ਤੇ ਚੇਤਰਾਮ ਰਤਨ ਜੀ ਆ, ਤੁਸੀਂ ਚਿੱਠੀ ਤੁਸੀਂ ਸਾਡੇ ਕੋਲ ਲੈ ਲਓ, ਕਾਪੀ ਕਢਾ ਲੈਂਦੇ, ਕੋਈ ਗੱਲ ਨਹੀਂ ਇਹਦੇ ਵਿੱਚ। ਹਾਂ ਜੀ, ਇਹਨਾਂ ਦੇ ਹੈਗੇ ਨਾਲ ਨਹੀਂ ਸਾਡੇ ਨਾਲ ਐਡ ਕੀਤੇ ਹੋਏ ਆ, ਇਹ ਵੀ ਤਾਂ ਪੁਰਾਣੇ ਹੈਗੇ ਆ। ਨਹੀਂ ਮੈਂ ਪੁਰਾਣੇ ਨਵੇਂ ਦੀ ਥੋੜੋ, ਨਵੇਂ ਪੁਰਾਣਿਆਂ ਦੀ ਥੋੜੋ ਗੱਲ ਹੈ। ਦੱਸਦਾ ਜੀ, ਉਹ ਬਾਹਰੀ ਗੱਲ ਦਾ ਮਸਲਾ ਆ। ਮੇਰੀ ਗੱਲ ਸੁਣੋ, ਦੋਨਾਂ ਦੀ ਇਹ ਕੋਈ ਵੱਡੀ ਗੱਲ ਨਹੀਂ। ਤੁਸੀਂ ਆਪਾਂ ਕਾਹਨੂੰ ਉਲਝਦੇ ਆਪਸ 'ਚ? ਇਹਨਾਂ ਦੀ ਹੈਗੀ ਬਾਹੂਆਂ ਦੀ ਲੜਾਈ ਆਪਸ 'ਚ। ਉਹ ਇਹਨਾਂ ਦੀਆਂ ਸ਼ਿਕਾਇਤਾਂ ਕਰਦਾ, ਇਹ ਉਹਨਾਂ ਦੀਆਂ ਕਰਦੇ। ਮੇਰੀ ਗੱਲ ਸੁਣੋ, ਦੀ ਗੱਲ ਨਹੀਂ ਹੈਗੀ ਸਰ। ਜਦ ਹਾਈ ਕੋਰਟ ਮੈਡਮ ਹਾਈ ਕੋਰਟ ਪਿੰਡਦੇ ਏਜੰਡਾ ਭੇਜਿਆ ਤੁਸੀਂ। ਇਹ ਏਜੰਡਾ ਨਹੀਂਗਾ ਜੀ, ਇਹ ਐਪਲੀਕੇਸ਼ਨ ਹੈ, ਇਹ ਏਜੰਡਾ ਨਹੀਂਗਾ। ਆ ਮੈਂ ਵੀ ਆਇਆ, ਇਹ ਏਜੰਡਾ ਯਾਰ, ਐਪਲੀਕੇਸ਼ਨ ਹੈ।
MC ਕੋਲ ਬੜਦੇ ਪਏ MC ਇੱਥੇ ਰਿਹਾ ਸਮੂਹ MC MC ਜਿਹੜੀ ਉੱਪਰ ਬੜਾ ਰਿਹਾ ਸਮੂਹ MC ਆ ਦੇਖੋ ਨਾ ਉਹ 2 ਮਿੰਟ ਉਹ ਪ੍ਰਧਾਨ ਜੀ ਉਹ ਕੋਈ ਲੜਾਈ ਕਾਦੀ ਇਹਦੇ ਵਿੱਚ ਲੜਾਈ ਉਹ ਨਹੀਂ ਉਹਨੇ ਕੋਈ ਲੜਾਈ ਨਹੀਂ ਪਵਾਈ ਆ ਦੇਖੋ ਜਿਨ੍ਹਾਂ ਨੇ ਇੱਕ ਮਿੰਟ ਰੋਂਗ ਸੁਣ ਤਾਂ ਲਓ ਉੱਚੀ ਨਾ ਬੋਲੋ ਜਿਨ੍ਹਾਂ ਨੇ ਮੇਰੀ ਗੱਲ ਸੁਣੋ ਜਿਨ੍ਹਾਂ ਨੇ ਉਸ ਮਤੇ ਦੇ ਵਿੱਚ ਸਹਿਮਤੀ ਨਹੀਂ ਪ੍ਰਗਟਾਈ ਜੇ ਤੇ ਵੀ ਸਮੂਹ ਮੈਂਬਰ ਲਿਖਿਆ ਸਮੂਹ MC ਲਿਖਿਆ ਇੱਕ ਮਿੰਟ ਇਹ ਹੈ ਇਹ ਹੋਰ ਆ ਇਹ ਸੂਬੇ ਦੇ ਅੰਦਰ ਭੇਜਿਆ ਤੁਹਾਨੂੰ ਇੱਕ ਮਿੰਟ ਗੱਲ ਸੁਣਨਾ ਦਿੱਤੀ ਹੈ ਤੁਹਾਨੂੰ ਸੂਚਨਾ ਦਿੱਤੀ ਹੈ ਕੀ ਇਸ਼ੂ ਹੈ ਦੱਸੋ ਮੈਨੂੰ ਇਹਦੇ ਵਿੱਚ ਤਾਂ ਕੋਈ ਮੰਡਾਂ ਨਹੀਂ ਪਈਆਂ ਜਿਨ੍ਹਾਂ ਨੇ ਸਾਈਨ ਕੀਤੇ ਆ ਉਹਨਾਂ ਦਾ ਦੱਸਤਾ ਜਿਨ੍ਹਾਂ ਨੇ ਨਹੀਂ ਕੀਤੇ ਉਹਨਾਂ ਦਾ ਦੱਸਤਾ ਨਾਲੇ ਗੱਲ ਸੁਣੋ ਹਾਈ ਮੇਰੀ ਗੱਲ ਸੁਣੋ ਆਪਾਂ ਕਾਹਨੂੰ ਮੈਂਬਰਾਂ ਨੇ ਆਪਸ ਵਿੱਚ ਉਲਝਣਾ ਹਾਈ ਕੋਰਟ ਵੀ ਇਹੀ ਕਹਿੰਦਾ ਵੀ ਇਹ ਅਗਲੇ ਨੇ ਮਸਲਾ ਆ ਇਹ ਤਾਂ ਉਹ ਨਿਕਲਦਾ ਇਹ ਹੈਗਾ ਕਿ ਆ ਇਸ਼ੂ ਵੀ ਦੱਸ ਦਿਓ ਸਾਨੂੰ ਹੈ ਕੀ ਹੈ ਇੱਕ ਮਹੀਨੇ ਤੋਂ ਰੌਲਾ ਪੈਂਦਾ ਹੋ ਗਿਆ ਦੱਸੋ ਸਪਸ਼ਟੀਕਰਨ ਲੱਗਾ ਮੈਂ ਦੇਣ 2 ਮਿੰਟ ਚਾਹੀਦੇ ਜੀ 10 ਦਿਨ ਦਾ ਟਾਈਮ ਹੁੰਦਾ ਅਸੀਂ 10 ਮਿੰਟਾਂ 'ਚ ਦਿੰਦੇ ਉਸ ਚੀਜ਼ ਦਾ ਮੈਡਮ ਜੀ ਨੇ ਕਿਹਾ ਕਿ ਮੈਨੂੰ ਦੱਸੋ ਕਿ ਅਧਿਕਾਰ ਹੈ ਕਿ ਨਹੀਂ ਕਿ ਮੈਂ ਕੱਢਦਾ ਜਿਨ੍ਹਾਂ ਨੂੰ ਬਹਾਲ ਕੀਤਾ ਆ ਉਹ ਡੇਲੀ ਦੀਆਂ ਚਿੱਠੀਆਂ ਕੱਢਦਾ ਕਿ ਪ੍ਰਧਾਨ ਜੀ ਨੇ ਇੱਥੇ ਜਾਂ ਕਲਰਕਾਂ ਨੇ ਇੱਥੇ ਵੀ ਲੱਖਾਂ ਦਾ ਗਬਨ ਕਰ ਲਿਆ ਜਿਹਨਾਂ ਕੁਰਸੀਆਂ 'ਤੇ ਬੈਠੇ ਜਿਹਨਾਂ ਦੀ ਪੇਮੈਂਟ ਕਰ ਦਿੱਤੀ ਸੀ ਕਿ ਉਹ ਗੁਨਾਹ ਕੀਤਾ ਸੀਗਾ ਜੀ ਕਾਹਦਾ ਗਮ ਕਹਿੰਦੇ ਕੁਰਸੀਆਂ ਦੀ ਪੇਮੈਂਟ ਕਰਕੇ ਉਹ ਕਦੇ ਕੰਮ ਲਿਆ ਮੇਰੀ ਗੱਲ ਸੁਣੋ ਇੱਕ ਉਹ ਬੰਦਾ 3-4 ਸਾਲ ਘੁੰਮਦਾ ਰਿਹਾ ਪ੍ਰਧਾਨ ਜੀ ਕੋਲ ਵੀ ਆਉਂਦਾ ਰਿਹਾ ਤੁਹਾਡੇ ਕੋਲ ਵੀ ਆਉਂਦਾ ਰਿਹਾ ਅਸੀਂ MC ਸੀਗੇ ਅਸੀਂ ਕਹਿੰਦੇ ਰਹੇ ਕੀ ਕਰੋ ਵਿਧਾਇਕ ਸਾਹਿਬ ਵੀ ਇੱਥੇ ਬੈਠੇ ਸੀਗੇ ਜਿਹਦੇ ਨੇ ਆ ਕੇ ਮੀਟਿੰਗ 'ਚ ਰੌਲਾ ਪਾਇਆ ਦੇਖੋ ਜੇ ਕਮੇਟੀ ਨੂੰ ਕਿਸੇ ਨੇ ਕੁਰਸੀਆਂ ਦੇਤੀਆਂ ਜੇ ਉਹਦੀ ਅਦਾਇਗੀ ਨਹੀਂ ਕਰਨੀ ਫਿਰ ਕਮੇਟੀ ਨੂੰ ਕੁਰਸੀਆਂ ਵੀ ਕਾਹਨੂੰ ਰੱਖਦੇ ਆ ਫਿਰ ਨਾ ਲੈਂਦੇ ਪ੍ਰਧਾਨ ਜੀ ਤੁਸੀਂ ਸੈਕਿੰਡ ਗੱਲ ਹੈ ਜੇ ਪ੍ਰੈਸ ਬੈਠੀ ਆ ਇਹਦਾ ਦੱਸੋ ਤਾਂ ਕੋਈ ਬਿੱਲ ਪਿਆ ਜਿਹੜਾ ਮੈਂ ਆਪਣੀ ਜੇਬ ਚੋਂ ਦਿੱਤਾ ਇਹਦਾ ਸਾਰਾ ਜੋ ਕਰਾਇਆ ਮੈਂ ਆਪਣੀ ਜੇਬ ਚੋਂ ਬਿੱਲ ਦਿੱਤਾ ਕੁਰਸੀਆਂ ਦਾ ਸੀਗਾ ਹੁਣ ਇੱਕ ਮਿੰਟ ਕੁਰਸੀਆਂ ਦਾ ਇੱਕ ਮਿੰਟ ਜੀ ਨਹੀਂ 2 ਮਿੰਟ ਨਹੀਂ ਇਹ ਮੈਟਰ ਹੀ ਇਹ ਮੈਟਰ ਇਹਨਾਂ ਨੇ ਸਾਡੀ ਕੋਈ ਲੜਾਈ ਨਹੀਂ ਆਹ ਕੁਰਸੀਆਂ ਲਈ ਮਾਨਯੋਗ ਜਿਹੜੇ ਪਹਿਲੇ ਐਮਐਲਏ ਸਾਹਿਬ ਸੀ ਐਸ ਸੀਟ ਤੇ ਬੈਠੇ ਸੀ ਉਹ ਸਰਦਾਰ ਜੀ ਇੱਥੇ ਆਏ ਸੀ ਮੈਨੂੰ ਆਰਡਰ ਕਰਕੇ ਗਏ ਐਮਐਲਏ ਸਾਹਿਬ ਇਹਨੂੰ ਅੱਜੇ ਹੀ ਪੇਮੈਂਟ ਕਰ ਉਸ ਤੋਂ ਬਾਅਦ ਅਸੀਂ ਹਾਊਸ ਚ ਲਿਆਂਦਾ ਹਾਊਸ ਨੇ ਪਾਸ ਕੀਤਾ ਤਾਂ ਉਹਦੀ ਬਣਦੀ ਉਸ ਤੋਂ ਬਾਅਦ ਜਿਹੜਾ ਉਹਨੇ ਬਿੱਲ ਬਣਾਇਆ ਉਹਨੂੰ ਫੇਰ ਕਿਹਾ ਘੱਟ ਕਰ ਫੇਰ ਕਿਹਾ ਘੱਟ ਕਰ ਤਾਂ ਤੈਨੂੰ ਦੇਣੇ ਆ ਜੋ 3-4 ਦੁਕਾਨਾਂ ਦੀਆਂ ਕੰਡੀਸ਼ਨਾਂ ਲੈ ਕੇ ਬਿੱਲ ਦਿੱਤਾ ਕੁਰਸੀਆਂ ਇੱਥੇ ਹੀ ਪਈਆਂ ਕੋਈ ਮੈਂ ਚੱਕ ਕੇ ਤਾਂ ਨਹੀਂ ਘਰ ਲੈ ਗਿਆ ਆ ਮੇਰੀ ਸ਼ਿਕਾਇਤ ਕੀਤੀ ਸਾਡਾ ਥੋੜਾ ਮੈਂ ਐਮਸੀ ਨਹੀਂ ਨਹੀਂ ਇਹਦੇ ਵਿੱਚ ਮੇਰੀ ਗੱਲ ਸੁਣੋ ਉਹ ਮੁਲਾਜ਼ਮ ਹੋ ਕੇ ਚਾਹੇ ਭੂਸ਼ਣ ਆ ਚਾਹੇ ਜਤਿੰਦਰ ਆ ਉਹ ਸਾਡੀ ਕਿਉਂ ਸ਼ਿਕਾਇਤ ਕਰੇ ਹਾਂ ਕੁਰਸੀਆਂ ਜੇ ਤੁਹਾਨੂੰ ਨਹੀਂ ਚੰਗੀਆਂ ਲੱਗਦੀਆਂ ਕੁਰਸੀਆਂ ਚੱਕ ਕੇ ਵਾਪਸ ਦੇ ਦਿਓ ਤੇ ਦਰੀਆਂ ਤੇ ਬਹਿ ਜਾਓ ਪੈਸੇ ਪ੍ਰਧਾਨ ਜੀ ਦੇ ਦੋਗੇ ਮੈਂ ਦੇ ਦਿੰਦਾ ਠੀਕ ਹੈ ਸਾਡੇ ਕੋਈ ਲੈ ਜਾ ਯਾਰ ਜਿਹੜੇ ਕੁਰਸੀਆਂ ਮੇਰੀ ਗੱਲ ਛੱਡੋ ਮੈਂ ਕੁਰਸੀਆਂ ਦੇ ਦੋ ਭਾਜੀ ਮੈਂ ਦੱਸ ਦਿੰਦਾ 15 ਦੀ ਕੁਰਸੀਆਂ ਲਈਆਂ ਸੀ 19 ਦੇ ਵਿੱਚ ਬਿੱਲ ਦਿੱਤੇ ਆ ਉਹ ਤਾਂ ਪਿੱਟ ਕੇ ਦਿੱਤੇ ਤੁਸੀਂ ਕਿਹੜਾ ਹਿਸਾਬ ਦੇ 15 ਨੂੰ ਦੇਣਾ ਚਾਹੀਦਾ ਕੁਰਸੀ ਨਹੀਂ ਲਈ ਤੁਸੀਂ ਉਹਨੇ ਆ ਕੇ ਹਾਲੇ ਦੇਣਾ ਚਾਹੀਦਾ ਸੀਗਾ 15 ਨਾ ਦਿੱਤੇ ਉਹਨੇ ਹਾਊਸ ਦੇ ਵਿੱਚ ਆ ਕੇ ਗੱਲ ਕਹੀ ਸੀ ਕਹਿੰਦਾ ਮੈਂ ਸੁਸਾਈਡ ਕਰ ਲੈਂਦੀ ਜੇ ਮੇਰੇ ਪੈਸੇ ਨਹੀਂ ਮੈਂ ਤੋਂ ਆਇਆ ਸਾਰੇ ਹਾਊਸ ਆ ਬੈਠੇ ਇਹਨਾਂ ਨੇ ਬਾਹਰ ਇਹਨਾਂ ਦਾ ਸੀ ਮੇਰੇ ਕੋਲੋਂ ਆਉਂਦਾ ਰਿਹਾ ਹਰ ਮੀਟਿੰਗ ਦੇ ਮੈਂ ਪੈਸਿਆਂ ਦੀ ਗੱਲ ਕਰਦਾ ਰਿਹਾ ਦੇਖੋ ਮੇਰੀ ਗੱਲ ਸੁਣੋ ਜੇ ਕੁਰਸੀਆਂ ਲਈਆਂ ਯਾਰ ਦੇਖੋ ਇੰਨਾ ਮਾੜਾ ਰੈਪੂਟੇਸ਼ਨ ਨਾ ਨਵਾਂ ਸ਼ਹਿਰ ਕਮੇਟੀ ਦਾ ਬਣਾਓ ਪਰ ਤੁਹਾਨੂੰ ਕੋਈ ਉਧਾਰ ਵੀ ਨਾ ਦੇਵੇ ਬੋਲਾ 4 ਸਾਲ ਬਾਅਦ ਉਹਦੇ ਪੈਸੇ ਦਿੱਤੇ ਆ ਉਹ ਵੀ ਉਹਨੇ ਮਿਲ ਨਹੀਂ ਕੱਢ ਉਹ ਵੀ ਹਾਊਸ ਮੇਰੀ ਗੱਲ ਸੁਣੋ ਇਹ ਦੇਣੇ ਚਾਹੀਦੇ ਤਾਂ ਮੈਨੂੰ ਕਰਪਟ ਕਰਦਾ ਕਹਿ ਲਓ ਕੁਰਸੀਆਂ ਲੈਂਦੇ ਕੁਰਸੀਆਂ ਦਾ ਘੱਗ ਵੀ ਲਾ ਦੂੰਗਾ ਬਾਹਰ ਚੱਕ ਕੇ ਲਾ ਲੈ ਯਾਰ ਅਸੀਂ ਪਰਸਲੇ ਵੇਲਾਂਗੇ ਨਾ ਲਿਆਏ ਐਮਸੀਐਲ ਨੂੰ ਡਰ ਕਹਿੰਦਾ ਕਰਪਟ ਤੇ ਅਸੀਂ ਕੀ ਕਰਪਸ਼ਨ ਕਰ ਲਈ ਪ੍ਰਧਾਨ ਜੀ ਦੇ ਪ੍ਰਬੰਧ ਮੈਟ ਹੁੰਦੇ ਆ ਸਾਰੇ ਅਸੀਂ ਕਰਪਸ਼ਨ ਕਰ ਲਈ ਅਸੀਂ ਸਾਈਨ ਕਰਕੇ ਮੇਰੀ ਗੱਲ ਸੁਣੋ ਆਪਣਾ ਹਾਊਸ ਦੀ ਮੀਟ ਇਹ ਮੁਲਾਜ਼ਮਾਂ ਦੇ ਮੁਲਾਜ਼ਮਾਂ ਦਾ ਨਾਮ ਨਹੀਂ ਮੈਂ
ਭਾਟੀਆ ਸਾਹਿਬ ਤੁਹਾਨੂੰ ਰਿਕੁਐਸਟ ਕਰਦਾ, ਆਪਾਂ ਸਾਰੇ ਬੈਠੇ ਆਪਾਂ ਮੁਲਾਜ਼ਮਾਂ ਦੀ ਲੜਾਈ ਨਹੀਂ ਕਰਦੇ, ਆਪਾਂ ਨਹੀਂ ਬੈਠਦੇ ਲੜਾਈ 'ਚ। ਮੇਰੀ ਬੇਨਤੀ ਹੈ, ਮੈਂ ਪ੍ਰਧਾਨ ਜੀ ਨੂੰ ਵੀ ਬਾਰ-ਬਾਰ ਕਹਿੰਦਾ ਵੀ ਮੁਲਾਜ਼ਮਾਂ ਦੀ ਲੜਾਈ 'ਚ ਆਪਾਂ ਨਾ ਕਰੀਏ, ਪਰ ਆਪਾਂ ਮੈਡਮ ਜੀ ਵੀ ਬੈਠੇ, ਆਪਾਂ ਸਾਰੇ ਬੈਠੇ ਆ, ਆਪਾਂ ਇੱਕ ਇਸ਼ੂ ਬਣਾ ਲਿਆ ਵੀ ਚਲੋ ਮੈਂ ਇਹ ਮੰਨਦਾ ਵੀ ਇਹਨੂੰ ਜੇ ਇੱਕ ਮਿੰਟ ਜੀ ਮੈਂ ਦੱਸਣ ਲੱਗਾ, ਮੇਰੀ ਜੇ ਤਾਂ ਬੇਨਤੀ ਹੈ ਕਿ ਭੂਸ਼ਣ ਨੇ ਇੱਕ ਇਨਫੋਰਮੇਸ਼ਨ ਦਿੱਤੀ ਸਾਰਿਆਂ ਨੂੰ, ਚਲੋ ਮੈਂ ਵੀ ਸਮਝਦਾ ਉਹਦੇ 'ਚ ਆਪਾਂ ਨੂੰ ਪਾਰਟੀਬਾਜ਼ੀ 'ਚ ਨਹੀਂ ਪੈਣਾ ਚਾਹੀਦਾ, ਇਹਨਾਂ ਨੂੰ ਵੀ ਸਾਡੀ ਅਲਾਈਨਮੈਂਟ ਨਾਲ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ। ਇੱਕ ਮਿੰਟ ਜੀ, ਅਸੀਂ ਸਾਰੇ ਕੌਂਸਲਰ ਅਸੀਂ ਸਾਰੇ ਕੌਂਸਲਰ ਇੱਕ ਆ, ਕੋਈ ਪਾਰਟੀਆਂ ਵੱਖਰੀਆਂ ਹੁੰਦੀਆਂ, ਆਪਾਂ ਸਾਰੇ ਸ਼ਹਿਰਦਾਰ ਆ। ਮੈਂ ਕਹਿੰਦਾ ਪਿਆ ਜਿਹੜਾ ਤੁਸੀਂ ਇੱਕ ਇੰਨੀ ਕੁ ਲੈਟਰ ਤੋਂ ਤੜਫਦੇ ਆ, ਮੈਂ ਅਗਲੀ ਗੱਲ ਕਰਨ ਮੈਂ ਇੱਕ ਮਿੰਟ ਐਜ ਏ ਪ੍ਰਧਾਨ ਗੱਲ ਕੀਤੀ ਆ, ਹਾਈ ਕੋਰਟ ਦੇ ਵਿੱਚ 1.25 ਲੱਖ ਰੁਪਈਆ ਭਰ ਕੇ ਆਇਆ ਆ ਵਕੀਲ ਦਾ, ਕੋਈ ਮੈਂ ਗੁਨਾਹ ਨਹੀਂ ਸੀ ਕੀਤਾ, ਸਾਰੇ ਹਾਊਸ ਨੇ ਕਿਹਾ ਆਪਾਂ ਵੀ ਭਰਨਾ ਆ। ਗੱਲ ਸੁਣੋ ਜੀ, ਗੱਲ ਸੁਣੋ, ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਕਿ ਪਿਛਲੀ ਵਾਰੀ ਮੈਂ ਭੂਸ਼ਣ ਦੀ ਗੱਲ ਨੂੰ ਇਸ ਗੱਲ ਨਾਲ ਮੈਂ ਸਹਿਮਤ ਨਹੀਂ ਹੈ ਕਿ ਚਲੋ ਨੋਟਿਸ ਦੇਣਾ ਸਾਰਿਆਂ ਨੂੰ ਇਕੱਠਾ ਦੇਣ ਦਾ, ਚਲੋ ਇੱਕ ਪਰਸਨਲ ਮੈਟਰ ਸੀ, ਕੋਈ ਵੱਡੀ ਗੱਲ ਨਹੀਂ, ਸਿਰਫ ਇਹ ਕੋਈ ਏਜੰਡਾ ਨਹੀਂ, ਕੋਈ ਨੋਟਿਸ ਨਹੀਂ, ਇੱਕ ਇਨਫੋਰਮੇਸ਼ਨ ਤੁਹਾਡੇ ਲਈ। ਮੈਂ ਪ੍ਰਧਾਨ ਜੀ ਤੁਹਾਨੂੰ ਬੇਨਤੀ ਕਰਦਾ ਕਿ ਜਿਸ ਇੱਕ ਕਰਮਚਾਰੀ ਸਾਡੇ ਕੋਲੋਂ ਬਾਰ-ਬਾਰ ਸ਼ਿਕਾਇਤਾਂ ਕਰਦਾ, ਜਦੋਂ ਇੱਕ ਮਿੰਟ ਜੀ, ਇੱਕ ਬੰਦਾ ਸ਼ਿਕਾਇਤਾਂ ਕਰੂਗਾ ਸਾਰਿਆਂ ਦੀਆਂ, ਇੱਕ ਮਿੰਟ ਫਿਰ ਦੂਜਾ ਵੀ ਕਰੂਗਾ, ਦੂਜੀ ਧਿਰ ਵੀ ਕਰੂਗੀ, ਇਹਨਾਂ ਦੀ ਬੈਠ ਕੇ, ਕਿਉਂਕਿ ਕਮੇਟੀ ਇੱਕ ਅਦਾਰਾ ਹੈ, ਇੱਕ ਪਰਿਵਾਰ ਹੈ, ਇੱਕ ਪਰਿਵਾਰ ਤੇ ਮੈਂ ਕਿ ਇਹਨਾਂ ਦਾ ਬੈਠ ਕੇ ਭਾਟੀਆ ਸਾਹਿਬ ਇਹਨਾਂ ਦਾ ਜੋ ਮੰਬੜਾ ਆ ਕੱਢ ਦਿੱਤਾ ਜਾਵੇ ਇਹ ਸਾਹਿਬ। ਦੂਜੀ ਗੱਲ, ਜੇ ਕਿਸੇ ਮੁਲਾਜ਼ਮ ਨੇ ਸਾਨੂੰ ਗੁੰਮਰਾਹ ਕਰਕੇ, ਹੁਣ ਇਹਨਾਂ ਨੇ ਤੱਥ ਤੁਹਾਨੂੰ ਤਾਂ ਦਿੱਤੇ ਆ, ਨਹੀਂ ਦੇਣੇ ਨਹੀਂ, ਤਾਂ ਸਾਨੂੰ ਗੁੰਮਰਾਹ ਕਰਕੇ ਟੇਬਲ ਆਈਟਮ ਰਾਹੀਂ ਏਜੰਡਾ ਮਤਾ ਪਾਉਣ ਦੀ ਕੋਸ਼ਿਸ਼ ਕੀਤੀ ਆ, ਕਿਆ ਉਹ ਸਹੀ ਹੈ? ਕਿ ਉਹਦੇ ਤੇ ਆਪਾਂ ਕੋਈ ਕਾਰਵਾਈ ਕਰਨ ਨੂੰ ਤਿਆਰ ਕਿ ਆਪਾਂ ਇਹ ਗੱਲ ਦੇ ਮਤਲਬ ਤੁਸੀਂ ਦੱਸੋ, ਆਪਾਂ ਇੱਕ ਇਸ਼ੂ ਬਣਾ ਕੇ ਬਹਿ ਗਏ, ਇੱਕ ਮਿੰਟ ਇਸ਼ੂ ਨਹੀਂ ਬਣਾਇਆ ਕੋਈ ਨਹੀਂ, ਇਹ ਸਿਰਫ ਅਸੀਂ ਡਾਊਟ ਕਲੀਅਰ ਕੀਤਾ ਹੈ, ਅਸੀਂ ਗੱਲ ਰੱਖਣੀ ਕਰ ਰਹੇ ਸਾਡੇ ਮੇਰੀ ਸਾਰਿਆਂ ਨੂੰ ਬੇਨਤੀ ਆ, ਮੁਲਾਜ਼ਮ ਚਾਹੇ ਇਹ ਗਲਤ ਆ ਚਾਹੇ ਉਹ ਗਲਤ ਆ, ਜਿਹੜਾ ਗਲਤ ਆ ਉਹਨੂੰ ਗਲਤ ਕਹੀਏ, ਜਿਹੜਾ ਠੀਕ ਆ ਉਹਨੂੰ ਠੀਕ ਕਹੀਏ। ਇਸ ਕਮੇਟੀ ਦੇ ਵਿੱਚ ਪਹਿਲੀ ਵਾਰੀ ਹੋ ਰਿਹਾ ਈਓ ਸਾਹਿਬ, ਜਿਹੜੇ ਇੱਥੋਂ ਰਣਵੀਰ ਸਿੰਘ ਈਓ ਗਏ ਆ ਬਦਲ ਕੇ, ਉਹਨਾਂ ਦਾ 60,000 ਦਾ ਚੈੱਕ ਆ, ਉਹ ਕਿਉਂ ਨਹੀਂ ਤੁਸੀਂ ਦਿੰਦੇ ਪਏ? ਅਮਰਦੀਪ 2 ਮਿੰਟ ਸੁਣੋ, ਅਮਰਦੀਪ ਸੁਪਰਡੈਂਟ, ਇਹ ਰੈਪੂਟੇਸ਼ਨ ਬਣਾਉਂਦੇ ਪਏ ਕਮੇਟੀ ਦੀ ਤੁਸੀਂ, ਫਿਰ ਕਾਨੂੰਨ ਕੀ ਕਹਿੰਦਾ ਤੁਹਾਨੂੰ? ਕਾਨੂੰਨ ਕੀ ਕਹਿੰਦਾ ਹੈ? ਏਦਾਂ ਨਾ ਕਰੋ ਵੀ ਜਿਹੜਾ ਉਹਨੇ ਕਿਸੇ ਨੇ ਕਹਿਤਾ, ਇੱਕ ਬੰਦੇ ਈਓ ਆ, ਉਹ ਰੋਜ਼ ਫੋਨ ਕਰਦਾ, ਤੁਹਾਨੂੰ ਵੀ ਕਰਦਾ, ਪ੍ਰਧਾਨ ਜੀ ਤੁਹਾਨੂੰ ਵੀ ਕਰਦਾ, ਉਹਨਾਂ ਦੇ ਵੀ ਉਹ ਇੱਥੇ ਆਉਂਦੇ ਵੀ ਆ। ਸੁਪਰਡੈਂਟ ਇੱਥੇ ਰਹਿ ਕੇ ਗਿਆ, ਇੰਨਾ ਵਧੀਆ ਸੁਪਰਡੈਂਟ ਸੀ, ਉਹ ਰਿਟਾਇਰ ਆ 30 ਤਰੀਕ ਨੂੰ, ਉਹਦੇ ਜਿਹੜੇ ਬਣਦੇ ਡਿਊ ਆ ਜਾਂ ਤਾਂ ਲਿਖ ਕੇ ਦੇ ਦਿਓ ਵੀ ਕਮੇਟੀ ਕੋ ਹੈ ਨਹੀਂ, ਆਪ ਇਹ ਕਾਹਨੂੰ ਆਪਾਂ ਮੁਲਾਜ਼ਮਾਂ ਦੀ ਸ਼ਿਕਾਇਤ ਕਰਤੀ ਨਹੀਂ ਹੈ, ਉਹਦੀ ਵੀ ਸ਼ਿਕਾਇਤ ਕਰਤੀ, ਚਲ ਉਹਦੀ ਤਾਂ ਆਦਤ ਆ ਯਾਰ, ਉਹਨੇ ਕਰੀ ਜਾਣੀ ਆ। ਆਪਾਂ ਹੁਣ ਭਾਜੀ ਆਪਾਂ ਇਹ ਮੈਟਰ ਛੱਡ ਦਈਏ, ਪ੍ਰਧਾਨ ਜੀ ਮੈਨੂੰ ਦੱਸਿਆ ਜਾਵੇ ਪ੍ਰਧਾਨ ਜੀ ਇੱਕ ਮਿੰਟ, ਈਓ ਸਾਹਿਬ ਈਓ ਰਣਵੀਰ ਦੇ ਕੋਈ ਜਿਹੜਾ ਇਹਦਾ ਦਿਓ ਤਾਂ ਅੱਜ ਹਾਊਸ 'ਚ ਦਿਖਾਈ ਜਾਵੇ, ਨਹੀਂ ਤਾਂ ਉਹਦਾ ਚੈੱਕ ਦੱਸੋ ਕਿੱਦਾਂ ਦੇਣਗੇ, ਨਹੀਂ ਤਾਂ 22 ਲੱਖ ਤੁਸੀਂ ਦੱਸੋ ਰੋਕ ਸਕਦੇ ਹੋ? ਕੱਲ ਨੂੰ ਸੈਕਟਰੀ ਕੋਲੋਂ ਫੋਨ ਆਊਗਾ, ਚਿੱਠੀ ਆਊਗੀ, ਜਵਾਬ ਵੀ ਤੁਹਾਡੀ ਹੋਣੀ ਆ। ਦੇਖੋ ਉਹ ਯੂਨੀ ਪੰਜਾਬ ਈਓ ਐਸਓਜੀ ਜਿਹੜਾ ਪ੍ਰਧਾਨ ਰਿਹਾ ਹੈ, ਤੁਸੀਂ ਉਹਦੇ 60,000 ਦਾ ਚੈੱਕ, ਉਹ 60,000 ਉਹਦੇ ਕੁਝ ਨਹੀਂ, ਪਰ ਇਦਾਂ ਨਾ ਕਰੋ। ਔਰ ਸੁਪਰਡੈਂਟ ਰੋਂਦਾ ਫਿਰਦਾ ਜੀ ਸਾਰਿਆਂ ਨੂੰ, ਮੈਨੂੰ ਆਇਆ ਨਾ ਫੋਨ ਕਹਿੰਦਾ ਪ੍ਰਧਾਨ ਜੀ ਦਾ ਨਾਲੇ ਸਰ ਆਪਾਂ ਕਿੱਥੇ ਗਏ, ਉਹਦੀ ਵਜ੍ਹਾ ਕੁਝ ਵੀ ਨਹੀਂ, ਉਹਦੀ ਵਜ੍ਹਾ ਇਹ ਹੈ ਉਹ ਕੰਪਲੇਂਟ ਭਾਜੀ, ਪਰ ਮੇਰੀ ਗੱਲ ਸੁਣੋ, ਮੈਂ ਕਹਿੰਦਾ ਕੰਪਲੇਂਟ ਪਾਈ ਕੋਈ ਇੱਕ ਮਿੰਟ ਦੀ, ਜੇ ਕੰਪਲੇਂਟ ਪਾਈ ਕੋਈ ਉੱਪਰੋਂ ਆਪਾਂ ਨੂੰ ਰੋਕ ਲਵਾਈ ਪੇਮੈਂਟ ਕਰਨ ਦੀ, ਕੋਈ ਰੋਕ ਲੱਗੀ ਹੈ? ਨਹੀਂ ਕੋਈ ਰੋਕ ਲੱਗੀ? ਜਦੋਂ ਈਓ ਸਾਹਿਬ ਦੇ ਸਾਈਨ ਹੋ ਗਏ, ਇੱਕ ਮਿੰਟ, ਇਹਨਾਂ ਦੀ ਰਿਪੋਰਟ ਦੋਨਾਂ ਮੁਲਾਜ਼ਮਾਂ ਦੀ ਈਓ ਸਾਹਿਬ ਕੋ ਕਰਾਓ, ਅਗਰ ਇਹਨਾਂ ਕੋ ਕੋਈ ਈਓ ਸਾਹਿਬ ਤੁਸੀਂ ਦੱਸੋ ਉਹਨਾਂ ਨੂੰ ਰੋਕ ਲੱਗੀ ਹੈ ਪੰਜਾਬ ਸਰਕਾਰ ਵੱਲੋਂ ਅਦਾਇਗੀ ਕਰਨ ਤੇ?
ਦੂਜੀ ਡਾਇਰੈਕਟਰ ਦੀ ਕਿਸੇ ਡਿਪਟੀ ਡਾਇਰੈਕਟਰ ਦਾ ਤੁਹਾਨੂੰ ਕੋਈ ਆਰਡਰ ਆਇਆ ਕਿ ਇਹਦੀ ਪੇਮੈਂਟ ਰੋਕੀ ਜਾਵੇ? ਦੱਸੋ ਐਪਲੀਕੇਸ਼ਨ ਦੇ ਨੋ ਐਮਸੀ ਵੰਡਦੇ, ਨੋ ਇੱਧਰ ਕਰਦੇ, ਨੋ ਇੱਧਰ ਕਰਦੇ, ਇਹਦੀ ਕੋਈ ਵਜਨ ਥੋੜੋ। ਵਜਨ ਤਾਂ ਉਸ ਗੱਲ ਦਾ ਜਦੋਂ ਕੋਈ ਹਾਈ ਕੋਰਟ 'ਚੋਂ ਰੂਲ ਆਊਗਾ ਜਾਂ ਕੋਈ ਸਰਕਾਰ ਵੱਲੋਂ ਚਿੱਠੀ ਆਊਗੀ ਇਹਦੇ ਪੈਸੇ ਰੋਕੇ ਜਾਣ। ਪੈਸੇ ਰੋਕਣ ਤੁਹਾਡਾ ਅਧਿਕਾਰ ਨਹੀਂ ਹੈਗਾ ਕਿਸੇ ਮੁਲਾਜ਼ਮ ਦਾ। ਮੈਂ ਤਾਂ ਇੱਥੇ ਦੀ ਵੈਸੇ ਤੁਹਾਡੀ ਯੂਨੀਅਨ ਨੂੰ ਸ਼ਰਮਸ਼ਾਰ ਕਰਦਾ ਇਸ ਗੱਲ ਲਈ ਕਿ ਤੁਹਾਡੇ ਨਾਲ ਦੇ ਮੁਲਾਜ਼ਮ ਰਹੇ ਹੁਣ ਕੱਲ ਨੂੰ ਤੁਸੀਂ ਵੀ ਰਿਟਾਇਰ ਹੋਣਾ ਵੀ ਉਹ ਇੱਥੇ ਤੜਫਦੇ ਫਿਰਨ ਵੀ ਪੈਸੇ ਲੈਣ ਲਈ ਇਸ ਕਮੇਟੀ ਤੋਂ। ਕੱਲ ਸਰ ਆਪਾਂ 5:30 ਵਜੇ ਤੱਕ ਬੈਠੇ ਸੀ, ਆਪਾਂ ਕੀ ਡਿਸਕਸ ਕਰਦੇ ਸੀ? ਇਹੀ ਕੀਤੀ ਸੀਗੀ ਕਿ ਉਹਨਾਂ ਦੇ ਪੈਸੇ ਦਿੱਤੇ ਜਾਣ। ਪ੍ਰਧਾਨ ਜੀ ਮੈਂ ਐਜੇ ਨਾ ਯੂਨੀਅਨ ਚੇਅਰਮੈਨ ਹਾਂ ਕਰੋ ਅੱਜ ਫੇਰ ਕੱਲਾ ਆਪਾਂ ਨੂੰ ਪ੍ਰਧਾਨ ਜੀ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਜੀ, ਜਤਿੰਦਰ ਕੁਮਾਰ ਨੇ ਇੱਕ ਬੈਨਰ ਲਾਇਆ ਕਮੇਟੀ ਘਰ ਦੇ ਵਿੱਚ ਕੱਟੀ ਹੈ ਸੰਬੰਧੀ ਇਹ ਪੁੱਛਣੇ ਮੇਰੇ ਕੋਲ ਆ ਕੇ ਕਹਿੰਦਾ ਜ਼ਿਆਦਾ ਮਾੜੀ ਹੈ। ਮੈਂ ਕਿਹਾ ਤੂੰ ਦੇਖਦੇ ਕੀ ਸੱਚਾਈ ਆ ਜਿਹੜਾ ਇਹ ਮੈਂ ਸੱਚਾਈ ਹੁੰਦਾ ਸੀ। ਇਹ ਕੋਰਟ ਦੇ ਵਿੱਚੋਂ ਫੈਸਲਾ ਹੈ ਕਿ 4,75,000 ਰੁਪਏ ਦੀ ਰਿਕਵਰੀ ਇੱਥੇ ਹੋਈ ਸੀ। ਜਤਿੰਦਰ ਦੇ ਖਾਤਿਆਂ ਦੇ ਵਿੱਚ ਬਾਕੀ ਤੁਹਾਨੂੰ ਉਨਾ ਹੀ ਕੱਟ ਲਏ ਸੀ। PF ਦੇ ਵਿੱਚ 2,60,000 ਰੁਪਏ ਕੱਟ ਕੇ ਕੋਰਟ ਦੇ ਆਰਡਰ ਨਾਲ ਬੈਂਕ ਦੇ ਵਿੱਚੋਂ ਕੱਟ ਗਏ। ਬਾਕੀ ਜਿਹੜੀ ਰਿਕਵਰੀ ਉਹ ਤੋਂ ਕਰੀ ਅਸੀਂ ਨਾ ਪਾਰਟੀ ਬਣੀ ਹੈ, ਜੋ ਬਣਦਾ ਕਰੋ। ਜਿਹੜਾ ਮੈਨੂੰ ਇਹਨਾਂ ਦੀ ਕੱਲ ਚਿੱਠੀ ਮਿਲੀ ਸੀ, ਅਸੀਂ ਹਾਈ ਕੋਰਟ ਨਹੀਂ ਤੋਂ ਬਣਾ ਲਿਖੀ ਪੁੱਛਣੇ ਇਸ ਕਰਕੇ ਇੱਕ ਮਿੰਟ, ਮੈਨੂੰ ਚਿੱਠੀ ਮਿਲੀ ਸੀ ਇਹਨਾਂ ਦੀ, ਮੈਂ ਈਓ ਸਾਹਿਬ ਨੂੰ ਅੱਗੇ ਕਰ ਦਿੱਤੀ ਹੈ ਕਿ ਇਹਦੀ ਰਿਪੋਰਟ ਕਰਕੇ ਅਗਲੀ ਮੀਟਿੰਗ 'ਚ ਨਹੀਂ ਜੀ ਇੱਕ ਮਿੰਟ, ਜੇ ਜਤਿੰਦਰ ਦੇ ਪੈਸੇ ਬਣਦੇ ਆ ਅਸੀਂ ਕੋਈ ਮੁਲਾਜ਼ਮ ਦੇ ਜਾਂ ਭੂਸ਼ਣ ਦੇ ਬਣਦੇ ਆ ਸਾਡਾ ਕੋਈ ਰੋਲਾ ਨਹੀਂ ਕਿਸੇ ਮੈਟਰ ਨਾਲ। ਇਹ ਲੜੀ ਨਾ ਜੇ ਮੇਰੀ ਗੱਲ ਸੁਣੋ, ਜੇ ਬਣਦੇ ਆ ਰਿਪੋਰਟ ਕਰੋ। ਜੇ ਈਓ ਸਾਹਿਬ ਤੁਸੀਂ ਬਣਦੇ ਪੈਸੇ ਤਾਂ ਰਿਪੋਰਟ ਕਰੋ। ਨਾਲੇ ਤੁਹਾਨੂੰ ਪੁੱਛਿਆ ਗਿਆ ਹੈ ਵੀ ਤੁਹਾਨੂੰ ਚਿੱਠੀ ਵੀ ਆਈ ਆ, ਉੱਪਰੋਂ ਰੂਲ ਵੀ ਦੱਸਣੇ ਆ ਜਿਹੜੇ ਰੂਲ ਤੁਸੀਂ ਲਾਗੂ ਕਰਦੇ ਕਮੇਟੀ 'ਚੋਂ ਕਿਹੜੀ ਮਸ਼ੀਨ ਆ ਰੂਲਾਂ ਵਾਲੀ ਉਹ ਦੱਸ ਵੀ ਦਈਓ। ਜਿਹੜੇ ਇਹਨਾਂ ਦੀ ਮਾਰਕੀਟ ਦੀ ਜੰਦਰਾ ਦੀ ਉਹ ਜੇ ਉਹਨੂੰ ਕਾਊਂਟਰ ਲੱਗੀ ਉਹ ਰੂਲ ਹੀ ਲੱਭਦਾ ਪਿਆ, ਰੂਲਾਂ ਦੇ ਹਿਸਾਬ ਨਾਲ ਉਹ ਰੂਲ ਕਿਤੇ ਪੰਜਾਬ 'ਚੋਂ ਲਿਆਣੇ ਜੀ। ਇੱਕ ਤਾਂ ਕਿਤਾਬ ਹੈ ਡੀ ਮਿਊਨਿਸਪਲ ਐਕਟ। ਚਲੋ ਅਗਲਾ ਕਰ ਲਈਏ ਜੀ, ਮੀਟਿੰਗ ਪੂਰੀ ਉਹਨਾਂ ਨੇ ਲੰਗਰ ਤੇ ਜਾਣਾ। ਚਲੋ ਅਗਲੀ ਮੀਟਿੰਗ ਕਰ ਲਾਂਗੇ। ਚਲੋ ਅਸੀਂ ਤਾਂ ਕਹਿੰਦੇ ਉਹ ਏਜੰਡਾ ਪਾ ਲਓ ਹੁਣ। ਸੁਣੋ ਮੇਰੀ ਗੱਲ। ਪਿਛਲੀ ਵਾਰ ਮੁੱਦਾ ਇੱਕ ਚੱਕਿਆ ਗਿਆ ਸੀ ਵੀ ਮਤਾ ਜਿਹੜਾ ਆ ਡੰਪ ਨੂੰ ਸ਼ਿਫਟ ਕਰਨ ਵਾਲਾ ਪਾਸ ਨਹੀਂ ਹੋਇਆ। ਉਸ ਵੇਲੇ ਸਾਬਕਾ ਵਿਧਾਇਕ ਤੇ ਵੀ ਆਰੋਪ ਲਾਏ ਗਏ ਸੀ ਕਿ ਜੀ ਝੂਠਾ ਗੁੰਮਰਾਹ ਕੀਤਾ ਕਿ ਮਤਾ ਪਾਸ ਕਰਾ ਲਿਆ। ਔਰ ਉਸ ਵੇਲੇ ਸਾਨੂੰ ਚਿੱਠੀ ਵੀ ਦਿੱਤੀ ਗਈ। ਹਾਂ ਦਿੱਤੀ ਗਈ, ਬਟ ਰਿਐਲਿਟੀ ਇਹ ਆ ਕਿ ਮਤਾ ਇਹ ਉਹਨਾਂ ਨੇ ਆਪਣੇ ਟਾਈਮ 'ਚ ਪਾਸ ਕਰਾਇਆ ਹੋਇਆ ਔਰ ਉਸ ਵੇਲੇ ਮੈਨੂੰ ਗੁੰਮਰਾਹ ਕੀਤਾ ਗਿਆ, ਹਾਊਸ ਨੂੰ ਗੁੰਮਰਾਹ ਕੀਤਾ ਗਿਆ। ਕਿਹਨੇ ਕੀਤਾ? ਜਿਹਨਾਂ ਨੇ ਕਰਨਾ ਸੀ ਜੀ ਈਓ ਸਾਹਿਬ ਦੀ ਜ਼ਿੰਮੇਵਾਰੀ ਬਣਦੀ ਆ। ਜੇ ਮਤਾ ਇੱਕ ਮਿੰਟ ਜੀ ਮੈਂ ਦੱਸਣਾ ਚਾਹੁੰਦਾ ਪ੍ਰਧਾਨ ਜੀ ਡੰਪ ਸ਼ਿਫਟ ਕਰਨ ਵਾਲਾ ਮਤਾ ਪਾਸ ਆ। ਜਿਹੜਾ ਪਿਛਲੀ ਵਾਰੀ ਕਹਿੰਦਾ ਇਸ਼ੂ ਬਣਾਇਆ ਗਿਆ ਕਿ ਮਤਾ ਨਹੀਂ ਪਾਸ। ਜੇ ਪਾਸ ਆ ਮਤਾ ਮੇਰੀ ਗੱਲ ਸੁਣੋ। ਜੇ ਇੱਕ ਮਿੰਟ, ਜੇ ਮਤਾ ਪਾਸ ਆ ਜੇ ਇੱਕ ਮਿੰਟ ਜੀ ਇੱਕ ਮਿੰਟ ਪ੍ਰਧਾਨ ਜੀ ਮੈਂ ਇਹ ਸਪਸ਼ਟੀਕਰਨ ਦੇ ਰਿਹਾ ਕਿ ਇਹ ਕਹਿ ਰਹੇ ਕਿ ਪਾਸ ਨਹੀਂ ਹੋਇਆ, ਗੁੰਮਰਾਹ ਕੀਤਾ ਵਿਧਾਇਕ ਨੇ, ਉਹ ਦੱਸ ਰਿਹਾ। ਮੈਂ ਕਿਹਾ ਜੀ ਇਹਨੂੰ ਲਗੋਇਆ ਕਿ ਨਹੀਂ ਆ? ਮੈਂ ਤਾਂ ਇਹ ਲਗੋਇਆ ਕਿਉਂ ਗਿਆ? ਪੈਂਡਿੰਗ ਵੀ ਕਿਹਨੇ ਲਗਵਾਇਆ? ਦੱਸੋ ਕਿਹੜੀ ਜ਼ਿੰਮੇਵਾਰੀ ਤੁਹਾਡੀ ਜਾਂ ਤੁਹਾਡੀ ਜਾਂ ਇੱਕ ਮਿੰਟ, ਜੇ ਆ ਚਿੱਠੀ ਇੱਕ ਮਿੰਟ ਸਰਕਾਰ ਤੁਹਾਡੀ MLA ਤੁਹਾਡਾ ਸਰਕਾਰ ਤੁਹਾਡੀ ਪ੍ਰਧਾਨ ਤੁਸੀਂ ਇਹ ਜੇ ਚਿੱਠੀ ਲਗੋਈ ਗਈ ਹੈ ਤਾਂ ਤੁਸੀਂ ਉਸ ਨੂੰ ਗੁੰਮਰਾਹ ਕਰਦੇ ਆ। ਨਾਲੇ ਸੈਕੰਡ ਗੱਲ ਇਹ ਤਾਂ ਹੋ ਸਕਦਾ। ਮੇਰੀ ਗੱਲ ਪ੍ਰਧਾਨ ਜੀ, ਜਦੋਂ ਕੋਈ ਮੀਟਿੰਗ ਹੁੰਦੀ ਆ ਉਹਦੀ ਬਕਾਇਦਾ ਅਗਲੇ ਮਹੀਨੇ ਸਾਨੂੰ ਉਹਦਾ ਜਿੱਦਾਂ ਉਹਦੀ ਪੋਸਟੀ ਕਰਦੇ ਆ। ਪੋਸਟੀ ਦੇ ਵਿੱਚ ਕਿਉਂ ਨਹੀਂ ਫਿਰ ਆਇਆ ਦੱਸੋ। ਇਹਨੂੰ ਤੁਸੀਂ ਦੱਸਣਾ, ਸਾਨੂੰ ਪੁੱਛਦੇ ਆ। ਅਸੀਂ ਪ੍ਰਧਾਨ ਜੀ ਆ ਖੜੇ ਆ, ਜਵਾਬ ਅਸੀਂ ਦਈਏ। ਇਹ ਨਹੀਂ ਇਹ ਪੋਸਟੀ ਚਾਹੀਦਾ ਸੀਗਾ। ਪੋਸਟੀ ਹਾਊਸ ਨੂੰ ਗੁੰਮਰਾਹ ਕੀਤਾ ਗਿਆ। ਕਿਉਂ ਕੀਤਾ? ਜਿਹੜਾ ਵੀ ਜ਼ਿੰਮੇਵਾਰ ਬੰਦਾ ਸਰ ਆਪ ਤੇ ਕਾਰਵਾਈ ਐਪਲੀਕੇਸ਼ਨ ਦਿਓ ਉਹਨੂੰ, ਇਨਕੁਆਇਰੀ ਮਾਰ ਕਰ ਦਿਓ। ਈਓ ਸਾਹਿਬ ਨੂੰ ਇਨਕੁਆਇਰੀ ਮਾਰ ਕਰੋ। ਜਿਹਨੇ ਔਰ ਗੁੰਮਰਾਹ ਕਰਨ ਵਾਲੀ ਗੱਲ ਬਹੁਤ ਮਾੜੀ ਆ। ਜਿਹਨੇ ਇਹ ਵੀ ਕਹਿੰਦਾ ਜੇ ਪਾਸ ਹੈ ਤਾਂ ਫਿਰ ਪਾਸ ਹੈ।
ਅੱਗੇ ਇਹ ਪਾਸ ਮੇਰੀ ਗੱਲ ਨੂੰ ਜੇ ਪਰਸੋਂ ਕਰੀਏ ਫਿਰ ਤੁਹਾਨੂੰ ਸਾਰੇ ਕਰ ਲਵਾਂਗੇ, ਪਰ ਮੈਂ ਹੁਣ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਡੰਪ ਸ਼ਿਫਟ ਕਰਨ ਦਾ ਮਤਾ ਪਾਸ ਆ। ਚਲੋ ਵਧਾਈਆਂ ਜੀ, ਕਮੇਟੀ ਬਣਾਓਗੇ, ਬਣਾਓ ਕਮੇਟੀ, ਬਣਾਓ ਅੱਜ ਬਣਾਓ ਕਮੇਟੀ ਵਾਲੀ ਮਾੜੀ ਗੱਲ ਹੋਈ ਜਿਹੜਾ ਦੱਸਿਆ ਚੱਕੋ ਡੰਪ ਇਹ ਵੀ ਤੁਸੀਂ ਕੋਈ ਰੋਕਣਾ ਜੇ ਕਿਉਂ ਲਗੋਇਆ ਗਿਆ। ਮੈਂ ਕਿਹਾ ਜੀ ਲਗੋਇਆ ਉਹਦਾ ਖਮਿਆਜਾ ਉਹ ਲੋਕਾਂ ਨੂੰ ਭੁਗਤਣਾ ਪਿਆ। ਦੇਖੋ ਉਹਦੇ ਜਵਾਬ ਦੇ ਵੀ ਆਪਾਂ ਹੀ ਆ, ਜੇ ਇੰਨੀ ਦੇਰ ਹੋ ਰਿਹਾ ਜੇ ਹੁਣ ਨਾ ਉਹਦੀ ਦੇਰੀ ਕਰੋ ਜੇ ਆ ਗਏ ਤਾਂ ਪਾਓ ਕਮੇਟੀ ਅੱਜ ਕਮੇਟੀ ਬਣਾ ਕੇ ਕੱਢਣ ਦਾ ਕੰਮ ਪ੍ਰਾਈਸ ਫਿਕਸੇਸ਼ਨ ਕਮੇਟੀ ਬਣਾਣੀ ਹੈ, ਡੀਸੀ ਸਾਹਿਬ ਬਣਾਉਗੇ ਉਹ। ਨਹੀਂ ਡੀਸੀ ਨੇ ਥੋੜਾ ਬਣਾਣੀ, ਡੀਸੀ ਨੇ ਬਣਾਉਣੀ। ਡੀਸੀ ਨੂੰ ਲੈ ਕੇ ਭੇਜੋ। ਮੈਂ ਇੱਕ ਮਿੰਟ ਸਹੀ ਕਹਿੰਦੇ ਪਏ ਆ, ਤੁਸੀਂ ਡੀਸੀ ਸਾਹਿਬ ਨੂੰ ਮਤੇ ਦੀ ਨਾਲ ਚਿੱਠੀ ਲਿਖ ਦਿਓ, ਰੇਟ ਅਨੁਸਾਰ ਕਰਨਾ ਵਧੀਆ ਗੱਲ ਆ। ਹੁਣ ਆਪਾਂ ਮੀਟਿੰਗ ਦਾ ਕਰ ਲਈਏ, ਮੀਟਿੰਗ ਫਾਈਨਲ ਪਰਵਾਨੇ ਨਾਲ ਇੱਕ ਮਿੰਟ ਮੇਰੀ ਗੱਲ ਸੁਣੋ, ਜਿਹੜਾ ਕਲਾਬ ਰੋਡ ਤੇ ਜਿਹੜੀ ਲੈਨ ਬੈਠੀ ਵੀ ਹੈ ਉਹਦਾ ਯਾਰ ਜ਼ਰੂਰ ਮਤਲਬ ਕਲੀਅਰ ਕਰਾਓ। ਸਾਰਾ ਹੀ ਪਾਣੀ ਜਿੰਨਾ ਵੀ ਹੈਗਾ ਉਹ ਬਦਲ ਲੋਕੀ ਬਹੁਤ ਪਰੇਸ਼ਾਨ ਹੁੰਦੇ ਆ। ਪ੍ਰਧਾਨ ਨੋਟ ਨਾ ਕਰੇ ਪ੍ਰੈਕਟੀਕਲੀ ਕਰਾ ਦਿਓ, ਬਹੁਤ ਜ਼ਿਆਦਾ ਦਿੱਕਤ ਆ। ਕਲੀਅਰ ਦਾ ਆਪਾਂ ਟੇਬਲ ਆਈਟਮ ਨਹੀਂ 20 ਲੱਖ ਟੇਬਲ ਆਈਟਮ 20 ਲੱਖ ਪਾਣੀ ਵਿੱਚ ਪਵਾ ਦਿਓ ਭਾਵੇਂ। ਉਹ ਯਾਰ 20 ਦਾ ਜਾਂ 25 ਕਰਵਾ ਲੰਦਾ ਵਾਸਤਾ ਮੇਰਾ ਗੱਲ ਨਹੀਂ ਕਰਦਾ ਸਾਹਿਬ ਦਾ 20 ਦਾ 25 ਕਰਵਾ ਉਹਨਾਂ ਕੀ ਮਾਰ ਕੋ ਆਪ ਵੀ ਉਹ ਰੋਡ ਉਹ ਜਿਹੜੀ ਪੈਚ ਵਰਤਾ ਜਿਹੜੀ ਇਹ ਚਾਰ ਸੜਕਾਂ ਆਪਣੇ ਕੋਲ ਬਹੁਤ ਹੋ ਗਿਆ ਰਾਣੀ ਜਿੱਦਾਂ ਤੱਕ ਉਹਨੂੰ ਕੰਮ ਦੇ ਰਾਹ ਸਕੈਂਡਾ ਨਾ ਕਰੇ ਉਹ ਕੰਮ ਕਰੇ ਕਿਹਦੀ ਗੱਲ ਐਵੇਂ ਕਿਹਾ ਲੱਗੀ ਟੈਕਸ ਨੂੰ ਬੜਾ ਬੜਾ ਕੰਮ ਲਾਈ ਉਹਦੇ ਠੀਕ ਹੈ ਜੀ 25 ਚਲੋ ਆ ਮਤੇ ਪਰਵਾਨਾ ਜੀ ਪਰਵਾਨਾ ਦੋ ਬਸ ਜੀ ਕਹਿੰਦਾ ਪਰਵਾਨਾ ਹੀ ਹੈ ਜ਼ਿਆਦਾ ਟੈਨਸ਼ਨ ਹੋ ਗਿਆ ਜੀ। ਨਵਾਂ ਸ਼ਹਿਰ ਦੇ ਜ਼ਿਲ੍ਹਾ ਗੰਦੇ ਨਾਲ ਪੈਪ ਪਾਇਆ ਸੀ ਆਪਾਂ 25 ਲੱਖ ਦਾ ਰੁਪਏ ਵੱਖ-ਵੱਖ ਏਰੀਆ ਦੇ ਵਿੱਚ ਸ਼ਹਿਰ ਦੇ ਵੱਖ ਮੈਂ ਕਿਹਾ ਜੀ ਬਰਸਾਤ ਦਾ ਟਾਈਮ ਸ਼ੁਰੂ ਹੋ ਗਿਆ, ਨਵਾਂ ਸ਼ਹਿਰ ਦੇ ਜਿਹੜਾ ਗੰਦੇ ਨਾਲ ਦਾ ਪੈਪ ਪਾਇਆ ਆਪਾਂ ਬੜੇ ਲੰਬੇ ਸਮੇਂ ਤੋਂ ਸਫਾਈ ਨਹੀਂ ਹੋਈ, ਉਹਦੀ ਸਫਾਈ ਕਰਾਈ ਜਾਵੇ ਜੀ। ਠੀਕ ਹੈ ਜੀ। ਜਿਹੜਾ ਪਾਈਪ ਹੈ ਕੋਠੀ ਰੋਡ ਤੇ ਪਾਣੀ ਹੁੰਦਾ ਪਿਆ ਜੀ ਖੜਾ ਤਾਂ ਇੱਕ ਤਲਾਬ ਰੋਡ ਤੇ ਵੀ ਦੇਖੋ ਪਾਣੀ ਖੜਾ ਹੋਇਆ। ਵੈਸੇ ਤਾਂ ਇੱਥੇ ਸੈਂਟਰੀ ਸਾਹਿਬ ਬੈਠੇ ਆ, ਉੱਥੇ ਕਿਰਿਆ ਰਾਣਿਆਂ ਦੇ ਦੇਖੋ ਉਹਦਾ ਸ਼ਿਫਟ ਨਹੀਂ ਕਰ ਰਹੇ, ਘੱਟੋ ਘੱਟ ਗੱਡੀ ਲਾ ਕੇ ਪਾਣੀ ਬਣਾ ਹੋ ਗਿਆ। ਉਹ ਬਲੌਗੀ ਦੇ ਕਰਾਓ ਮੈਡਮ ਇੱਕ ਬੇਨਤੀ ਹੋ ਰਿਹਾ ਸੈਂਟਰੀ ਸਾਹਿਬ ਗੱਲ ਕਰਾ ਦਿਓ। ਸੈਂਟਰੀ ਸਾਹਿਬ ਇੱਕ ਬੇਨਤੀ ਹੋ ਰਿਹਾ ਬਾਬੇ ਦੇ ਮੰਦਰ ਮੋਰੇ ਬਹੁਤ ਪਾਣੀ ਲਾਉਣ ਲੱਗੇ ਨੇ टाइम शुरू हो गया, मैं क्या फॉगिंग कराई जावे सारे और दूसरी गल है घट्टो घट एक पासे तो ला के तो हाथियों की दवाई करा लो, घट्टो घट आगे करा साइड आगे कर देंगे 2 मिनट भरावा फिर बात तो पता नहीं हमारा कुत्तों का भी और जा पड़ी है ਤੁਹਾਨੂੰ ਇਹ ਬੰਨੂ ਭਾਈ ਦੱਸੂਗਾ हमारा कुत्ता ਜੈਟ ਮਸ਼ੀਨ ਦਾ ਤੇ ਉਹਦਾ ਉਹ ਪਾਸ ਕਰਾਓ ਜੀ ਹੋਇਆ ਹੁਣ ਦਿੰਦਾ ਨਹੀਂ ਗੱਲਾਂ ਬਾਤਾਂ ਨਹੀਂ ਸਾਰੀ ਜਾਂਦੇ ਕਿਉਂਕਿ ਨਾ ਬਰਸਾਤਾਂ ਹੋਣਾ ਉਹਨੇ ਮਸ਼ੀਨ ਦਾ ਜਿਹੜਾ ਪੈਸੇ ਨਾ 40-50 ਲੱਖ ਦੀ ਉਹ ਮਸ਼ੀਨ ਆਪਣੀ ਪ੍ਰਧਾਨ ਜੀ ਉਹ ਫੜ ਜਾਣੀ ਆ
ਆਪਾਂ ਇਹਨੇ ਕਰਵਾ ਲਓ ਨਹੀਂ ਉਹਨੂੰ ਇਦਾਂ ਕਰੋ ਨਹੀਂ ਉਹਨੇ ਠੀਕ ਕਰਾ ਕੇ ਠੇਕੇਦਾਰ ਨੂੰ ਦੇ ਦਿਓ। ਨਹੀਂ ਨਾ ਦੇਣਾ ਠੀਕ ਕਰਾ ਲਓ ਉਹਨੂੰ ਚਲਾ ਉਹਨੂੰ ਠੀਕ ਕਰਕੇ ਤਾਂ ਆਪਣੇ ਲਈ ਰੱਖ ਲਓ